ਸਤਿ ਸ਼੍ਰੀ ਅਕਾਲ ਜੀ। ਦ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 6 ਸਤੰਬਰ ਹੈ ਤੇ ਦਿਨ ਸੋਮਵਾਰ ਹੈ। ਅੱਜ ਦੇ ਦਿਨ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਉੱਘੇ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਦੀ ਬਰਸੀ ਦੇ ਉੱਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਜ਼ਰੂਰ ਭੇਂਟ ਕਰਾਂਗੇ, ਕਿਉਂਕਿ 19ਵੀਂ ਸਦੀ ਦੇ ਵਿੱਚ ਜਦੋਂ ਅੰਗਰੇਜ਼ ਹਕੂਮਤ ਦੌਰਾਨ ਸਿੱਖੀ ਦੇ ਪ੍ਰਚਾਰ ਕੇਂਦਰ ਗੁਰੂ ਘਰਾਂ ਦੇ ਉੱਤੇ ਮਹੰਤਾਂ ਦੇ ਕਬਜ਼ੇ ਹੋ ਚੁੱਕੇ ਸੀ, ਗੁਰਦੁਆਰਿਆਂ ਨੂੰ ਸ਼ਖਸੀ ਪੂਜਾ ਤੇ ਵਿਭਚਾਰ ਦੇ ਅੱਡੇ ਬਣਾ ਦਿੱਤਾ ਗਿਆ ਸੀ। ਉਦੋਂ ਬਹੁਤ ਹੀ ਥੋੜੇ ਸਾਧਨਾਂ ਦੇ ਨਾਲ ਸਿੱਖੀ ਨੂੰ ਬਚਾਉਣ ਦੇ ਲਈ ਅੱਗੇ ਆਉਣ ਵਾਲੀਆਂ ਸ਼ਖਸੀਅਤਾਂ ਦੇ ਵਿੱਚ ਗਿਆਨੀ ਦਿੱਤ ਸਿੰਘ ਦਾ ਨਾਮ ਸਿਖਰਲੀ ਕਤਾਰ ਦੇ ਵਿੱਚ ਆਉਂਦਾ ਹੈ। ਸਿੱਖੀ ਦੇ ਲਈ ਅਸਲ ਘਾਲਣਾ ਕਰਦੇ ਕਰਦੇ ਗਿਆਨੀ ਦਿੱਤ ਸਿੰਘ 6 ਸਤੰਬਰ 1901 ਨੂੰ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਅੱਜ ਤੋਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਦੇ ਨਾਲ ਕਾਫੀ ਹੱਦ ਤੱਕ ਲੋਕਾਂ ਨੂੰ ਪਰੇਸ਼ਾਨੀ ਆਏਗੀ, ਕਿਉਂਕਿ ਜਿਹੜੇ ਪ੍ਰਾਈਵੇਟ ਮੁਲਾਜ਼ਮ ਹੈਗੇ ਨੇ ਉਹ ਪੱਕੇ ਕਰਨ ਦੀ ਮੰਗ ਦੇ ਵਿੱਚ ਅੱਜ ਤੋਂ ਹੜਤਾਲ ਸ਼ੁਰੂ ਕਰਨ ਜਾ ਰਹੇ ਨੇ। ਹਾਲਾਂਕਿ ਪੱਕੇ ਮੁਲਾਜ਼ਮ ਜ਼ਿਆਦਾਤਰ ਇਸ ਹੜਤਾਲ ਦਾ ਸਾਥ ਨਹੀਂ ਦੇ ਰਹੇ। ਕੱਲ ਮੁਜ਼ੱਫਰਨਗਰ ਦੇ ਵਿੱਚ ਕਿਸਾਨਾਂ ਨੇ ਇਤਿਹਾਸ ਰਚ ਦਿੱਤਾ। ਵੱਡੀ ਗਿਣਤੀ ਦੇ ਵਿੱਚ ਇੱਥੇ ਦੇਸ਼ ਭਰ ਤੋਂ ਪਹੁੰਚੇ ਕਿਸਾਨਾਂ ਦੇ ਇਕੱਠ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਕਿਸਾਨ ਮੋਰਚੇ ਨੇ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਕੱਲ੍ਹ ਵਾਲੀ ਰੈਲੀ ਦੇ ਵਿੱਚ 15 ਸੂਬਿਆਂ ਦੀਆਂ 300 ਤੋਂ ਵੱਧ ਕਿਸਾਨ ਯੂਨੀਅਨਾਂ ਦੇ ਲੀਡਰ ਸ਼ਾਮਿਲ ਹੋਏ। ਸਟੇਜ ਤੋਂ ਕਿਸਾਨ ਲੀਡਰਾਂ ਨੇ ਸਿੱਧਾ ਬੀਜੇਪੀ ਨੂੰ ਤੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਵੱਡੇ ਐਲਾਨ ਕੀਤੇ ਨੇ। ਹਾਲਾਂਕਿ ਲੋਕਾਂ ਦੇ ਨੱਕੋ ਨੱਕ ਭਰੇ ਪੰਡਾਲ ਨੂੰ ਸਾਂਭਣ ਦੇ ਲਈ ਵਲੰਟੀਅਰਾਂ ਦੇ ਜਿਹੜੇ ਪਸੀਨੇ ਛੁੱਟ ਗਏ ਸੀ ਤੇ ਕਿਸਾਨ ਲੀਡਰਾਂ ਨੂੰ ਵੀ ਖਾਸ ਕਰਕੇ ਰਾਕੇਸ਼ ਟਿਕੈਤ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਕੱਲੇ ਦੀ ਤਲਾਸ਼ੀ ਲੈਣ ਦੇ ਹੁਕਮ ਨੇ ਜਿਹੜੇ ਉਹ ਸਟੇਜ ਤੋਂ ਝਾੜ ਦਿੱਤੇ ਸੀ ਤੇ ਸਟੇਜ ਤੇ ਹੀ ਮਾਈਕ ਫੜ ਕੇ ਉਹਨਾਂ ਨੇ ਤਿੱਖੀ ਝਾੜ-ਝੰਬ ਜਿਹੜੀ ਉਹ ਯੂਪੀ ਵਾਲਿਆਂ ਦੀ ਕੀਤੀ ਸੀ। ਰਾਹੁਲ ਗਾਂਧੀ ਜਿੱਥੇ ਇਸ ਰੈਲੀ ਨੂੰ ਕਿਸਾਨਾਂ ਦੇ ਸੱਚ ਦੀ ਆਵਾਜ਼ ਬੁਲੰਦ ਕਰਨਾ ਦੱਸ ਰਹੇ ਨੇ, ਤਾਂ ਬੀਜੇਪੀ ਨੇ ਇਸ ਰੈਲੀ ਨੂੰ ਮਹਿਜ਼ ਇੱਕ ਚੋਣ ਰੈਲੀ ਦੱਸਿਆ ਹੈ, ਚੋਣ ਮੀਟਿੰਗ ਦੱਸਿਆ ਹੈ। ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਾਂਗੇ ਕਿਹੜੇ ਲੀਡਰ ਨੇ ਕੀ ਕਿਹਾ ਹੈ ਮੋਦੀ ਸਰਕਾਰ ਨੂੰ, ਕਿਹੜੇ ਲਾਂਤ ਭਰੇ ਸੁਨੇਹੇ ਨੇ ਜਿਹੜੇ ਉਹ ਭੇਜੇ ਨੇ। ਉਧਰ ਮੋਗਾ ਲਾਠੀਚਾਰਜ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਦੂਸਰੇ ਦੇ ਨਾਲ ਸ਼ਬਦੀ ਲੜਾਈ ਲੜ ਰਹੇ ਨੇ। ਸੁਖਬੀਰ ਨੇ ਜਿੱਥੇ ਮੋਗਾ ਹਿੰਸਾ ਦੇ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਦਾਰ ਦੱਸਿਆ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਵਿਵਾਦ ਦੀ ਜੜ, ਸਾਰੀ ਸਮੱਸਿਆ ਦੀ ਜੜ ਹੈ ਹੀ ਸੁਖਬੀਰ ਬਾਦਲ। ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਦੀ ਜਿਹੜੀ ਲਿਸਟ ਵਾਇਰਲ ਕੀਤੀ ਹੈ ਮੋਗਾ ਘਟਨਾ ਨੂੰ ਜ਼ਿੰਮੇਦਾਰ ਦੱਸਦਿਆਂ ਹੋਇਆਂ ਉਸ ਲਿਸਟ ਤੇ ਹੁਣ ਪੁਲਿਸ ਨੇ ਵੀ ਜਾਂਚ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਤੇ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਰੈਲੀ ਹੋਈ ਹੈ ਉਸ ਦਾ ਅਸਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਪਵੇਗਾ। ਪੰਜਾਬ ਦੇ ਸੰਘਰਸ਼ੀ ਅਖਾੜਿਆਂ ਦੇ ਵਿੱਚ ਵੀ ਕੱਲ ਆਵਾਜ਼ ਬੁਲੰਦ ਕੀਤੀ ਗਈ, ਬੀਜੇਪੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ, ਕਿਉਂਕਿ ਕਿਸਾਨ ਲੀਡਰ ਵੀ ਇਹੀ ਸੁਨੇਹੇ ਦੇ ਰਹੇ ਨੇ ਕਿ ਬੀਜੇਪੀ ਨੂੰ ਇਸ ਮੁਲਕ ਦੇ ਵਿੱਚੋਂ ਸੱਤਾ ਤੋਂ ਬਾਹਰ ਕਰਕੇ ਹਟਾਂਗੇ ਜੇ ਕਾਲੇ ਕਾਨੂੰਨ ਰੱਦ ਨਾ ਹੋਏ। ਤੇ ਜ਼ਾਹਿਰ ਤੌਰ ਤੇ ਮੁਜ਼ੱਫਰਨਗਰ ਦੀ ਇਸ ਸਫਲਤਾਪੂਰਵਕ ਰੈਲੀ ਤੋਂ ਬਾਅਦ ਕਿਸਾਨਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਧਰਮਗੜ੍ਹ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕੱਲ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਇੱਥੇ ਪਾਰਕ ਦਾ ਉਦਘਾਟਨ ਕਰਨ ਆਏ ਸੀ। ਇਸ ਦੌਰਾਨ ਕਿਸਾਨੀ ਦੇ ਝੰਡੇ ਲੈ ਕੇ ਕੁਝ ਨੌਜਵਾਨ ਉੱਥੇ ਪਹੁੰਚ ਗਏ ਤੇ ਮੰਤਰੀ ਤੋਂ ਜ਼ਰੂਰੀ ਸਵਾਲ ਪੁੱਛਣ ਦੀ ਗੱਲ ਕਹੀ, ਪਰ ਸੁਰੱਖਿਆ ਮੁਲਾਜ਼ਮਾਂ ਨੇ ਇਹਨਾਂ ਨੌਜਵਾਨਾਂ ਨੂੰ ਮੰਤਰੀ ਦੇ ਨੇੜੇ ਨਾ ਜਾਣ ਦਿੱਤਾ। ਉਸ ਤੋਂ ਬਾਅਦ ਧਰਮਗੜ੍ਹ ਦੇ ਸਰਪੰਚ ਨੇ ਵਿਰੋਧ ਕਰਨ ਵਾਲੇ ਪਿੰਡ ਦੇ ਨੌਜਵਾਨਾਂ ਦੇ ਘਰੇ ਚੌਕੀਦਾਰ ਰਾਹੀਂ ਉਲਾਂਭਾ ਭੇਜ ਕੇ ਪੁਲਿਸ ਕੇਸ ਦੀ ਧਮਕੀ ਵੀ ਦਿੱਤੀ। ਅਕਾਲੀਆਂ ਨੇ ਹੁਣ ਕਿਸਾਨ ਲੀਡਰਾਂ ਤੋਂ ਲਿਖਤੀ ਚਿੱਠੀ ਭੇਜ ਕੇ ਮੁਲਾਕਾਤ ਦਾ ਸਮਾਂ ਮੰਗਿਆ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਸੀਂ ਕਿਸਾਨ ਲੀਡਰਾਂ ਦੇ ਨਾਲ ਫੋਨ ਤੇ ਵੀ ਰਾਬਤੇ ਤੇ ਹਾਂ। ਜਿਹੜੇ ਵੀ ਸਵਾਲ ਕਿਸਾਨ ਲੀਡਰ ਸਾਨੂੰ ਕਰਨਾ ਚਾਹੁੰਦੇ ਨੇ ਸਾਡੇ ਨਾਲ ਕਰ ਸਕਦੇ ਨੇ। ਮੁਲਾਕਾਤ ਲਈ ਅਸੀਂ ਸਮਾਂ ਮੰਗਿਆ ਤੇ ਅਸੀਂ ਕਦੇ ਵੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿਆਂਗੇ। ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਮਾਹੌਲ ਨੂੰ ਵਿਗੜਿਆ ਹੋਇਆ ਸਿੱਧ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਉਣ ਦੀ ਤਾਕ ਵਿੱਚ ਹੈ, ਪਰ ਪੰਜਾਬ ਦੇ ਲੋਕ ਕੇਂਦਰ ਦੀ ਹਕੂਮਤ ਦੀਆਂ ਅਜਿਹੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਗੇ। ਹੁਣ ਇਹ ਤਾਂ ਕਿਸਾਨ ਲੀਡਰਾਂ ਤੇ ਡਿਪੈਂਡ ਕਰਦਾ ਕਿ ਉਹ ਅਕਾਲੀ ਲੀਡਰਾਂ ਨੂੰ ਮੁਲਾਕਾਤ ਲਈ ਸਮਾਂ ਦਿੰਦੇ ਨੇ ਜਾਂ ਫਿਰ ਨਹੀਂ। ਉਧਰ ਸੰਗਰੂਰ ਦੇ ਵਿੱਚ ਵੀ ਕਿਸਾਨਾਂ ਨੇ ਬੀਜੇਪੀ ਦੀ ਇੱਕ ਬੈਠਕ ਦਾ ਵਿਰੋਧ ਕੀਤਾ। ਬੀਜੇਪੀ ਲੀਡਰ ਦੇ ਘਰ ਮੂਹਰੇ ਧਰਨਾ ਲਾ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਸ਼ਾਸਨ ਨੇ ਉਸ ਮੀਟਿੰਗ ਨੂੰ ਰੱਦ ਹੀ ਕਰਵਾ ਦਿੱਤਾ, ਯਾਨੀ ਕਿ ਬੀਜੇਪੀ ਦੀ ਮੀਟਿੰਗ ਫਿਰ ਹੋ ਹੀ ਨਹੀਂ ਸਕੀ। ਕੱਲ ਅਧਿਆਪਕ ਦਿਵਸ ਸੀ। ਪੰਜਾਬ ਦੇ ਵਿੱਚ 80 ਅਧਿਆਪਕਾਂ ਨੂੰ ਜਿਹੜਾ ਹੈਗਾ ਸਟੇਟ ਲੈਵਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਹੀ ਵੱਖ-ਵੱਖ ਥਾਵਾਂ ਤੇ ਅਧਿਆਪਕਾਂ ਨੇ ਰੋਸ ਮੁਜ਼ਾਹਰੇ ਵੀ ਕੀਤੇ। ਕਿਤੇ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਤੱਕ ਖੂਨ ਦਾ ਪਿਆਲਾ ਭੇਜਿਆ, ਕਿਤੇ ਕੌਮੀ ਸ਼ਾਹਰਾਹ ਤੇ ਆਵਾਜਾਈ ਰੋਕੀ ਗਈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਅਧਿਆਪਕਾਂ ਦੇ ਇੱਕ ਗਰੁੱਪ ਨੇ ਹੜਤਾਲ ਹੀ ਸ਼ੁਰੂ ਕਰ ਦਿੱਤੀ ਹੈ। ਸੰਗਰੂਰ ਦੇ ਵਿੱਚ ਅਧਿਆਪਕ ਰੈਸਟ ਹਾਊਸ ਦੇ ਵਿੱਚ ਦਾਖਲ ਹੋ ਗਏ ਤਾਂ ਪੀਟੀਆਈ ਅਧਿਆਪਕਾਂ ਨੂੰ ਪੁਲਿਸ ਨੇ
ਘੜੀਸ ਕੇ ਬੱਸਾਂ ਦੇ ਵਿੱਚ ਸੁੱਟਿਆ। ਚੰਡੀਗੜ੍ਹ ਦੇ ਵਿੱਚ ਕੱਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੱਚੇ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕੀਤੀ। ਕੱਚੇ ਮੁਲਾਜ਼ਮਾਂ ਵੱਲੋਂ ਦਿੱਲੀ ਵਿੱਚ ਸੋਨੀਆ ਗਾਂਧੀ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਮੋੜਨ ਸੰਬੰਧੀ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਬਾਅਦ ਹਰੀਸ਼ ਰਾਵਤ ਨੇ ਇਹ ਮੁਲਾਕਾਤ ਕੀਤੀ। ਜਲਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਮਸਲਾ ਹਲੇ ਲਗਾਤਾਰ ਭਖ ਹੀ ਰਿਹਾ ਹੈ। ਇਸ ਦਰਮਿਆਨ ਇੱਕ ਹੋਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਲਿਆਂਵਾਲਾ ਬਾਗ ਦੇ ਵਿੱਚ ਦਾਖਲਾ ਟਿਕਟ ਲਾਈ ਜਾ ਸਕਦੀ ਹੈ, ਕਿਉਂਕਿ ਜਿਹੜਾ ਮੁੱਖ ਦਰਵਾਜ਼ਾ ਹੈਗਾ ਉਹਦੇ ਨੇੜੇ ਟਿਕਟਿਕ ਵੈਂਡਿੰਗ ਮਸ਼ੀਨਾਂ ਲਾ ਦਿੱਤੀਆਂ ਨੇ, ਜਿਹੜੀਆਂ ਹੁਣ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਹਾਲਾਂਕਿ ਇਸ ਬਾਰੇ ਜਲਿਆਂਵਾਲਾ ਬਾਗ ਯਾਦਗਾਰ ਟਰੱਸਟ ਦੇ ਮੈਂਬਰ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਟਿਕਟ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਹਾਲ ਦੀ ਘੜੀ ਲੋਕਾਂ ਤੋਂ ਕੋਈ ਟਿਕਟ ਨਹੀਂ ਲਈ ਜਾ ਰਹੀ, ਪਰ ਜਿਹੜੀਆਂ ਇੱਥੇ ਟਿਕਟ ਮਸ਼ੀਨਾਂ ਲਾਈਆਂ ਗਈਆਂ ਨੇ ਉਹਨਾਂ ਨੂੰ ਦੇਖ ਕੇ ਇਹ ਕਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ ਵਿੱਚ ਇੱਥੇ ਟਿਕਟ ਹੈ ਜਿਹੜੀ ਉਹ ਲਾਈ ਜਾ ਸਕਦੀ ਹੈ। ਤਰਲੋਚਨ ਸਿੰਘ ਮੁਤਾਬਿਕ ਬਾਗ ਦੇ ਨਵੀਨੀਕਰਨ ਦਾ ਜਿਹੜਾ ਮੁੱਦਾ ਹੈ ਉਹ ਵੀ ਕੇਂਦਰੀ ਸੱਭਿਆਚਾਰਕ ਮਾਮਲੇ ਵਿਭਾਗ ਦੀ ਜਾਣਕਾਰੀ ਦੇ ਵਿੱਚ ਹੈ। ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਖਬਰ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ ਕਿ CBSE ਨੇ 10ਵੀਂ ਤੇ 12ਵੀਂ ਜਮਾਤ ਦੇ ਪਹਿਲੇ ਸਮੈਸਟਰ ਦੇ ਸੈਂਪਲ ਪੇਪਰ ਜਾਰੀ ਕਰ ਦਿੱਤੇ ਨੇ, ਪਰ ਕੁਝ ਵਿਸ਼ਿਆਂ ਦੇ ਅੰਕਾਂ ਵਿੱਚ ਫਰਕ ਹੋਣ ਕਰਕੇ ਵਿਦਿਆਰਥੀ ਪਰੇਸ਼ਾਨ ਜ਼ਰੂਰ ਨੇ। ਵਿਦਿਆਰਥੀਆਂ ਤੇ ਅਧਿਆਪਕਾਂ ਨੇ CBSE ਤੋਂ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਦਰਅਸਲ ਬੋਰਡ ਜਮਾਤਾਂ ਦੇ ਸੈਂਪਲ ਪੇਪਰਾਂ ਦੇ ਵਿੱਚ MCQ ਯਾਨੀ ਕਿ ਬਹੁ ਵਿਕਲਪੀ ਜਿਹੜੇ ਪ੍ਰਸ਼ਨ ਹੁੰਦੇ ਨੇ, ਆਪਸ਼ਨਲ ਹੁੰਦੇ ਨੇ, ਉਹਨਾਂ ਦੇ ਅੰਕ ਬਰਾਬਰ ਨਹੀਂ ਹੈਗੇ। ਇਸ ਤੋਂ ਪਹਿਲਾਂ ਬੋਰਡ ਨੇ ਕਿਹਾ ਸੀ ਕਿ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਦੇ ਵਿੱਚ 40 ਬਹੁ ਵਿਕਲਪੀ ਸਵਾਲ ਹੱਲ ਕਰਨੇ ਪੈਣਗੇ ਤੇ ਹਰ ਸਵਾਲ ਦਾ ਇੱਕ ਅੰਕ ਹੋਵੇਗਾ। ਤੇ ਹੁਣ ਬੋਰਡ ਨੇ 10ਵੀਂ ਜਮਾਤ ਦੇ ਜਿਹੜੇ ਹੈਗੇ ਨੇ ਕਈ ਵਿਸ਼ਿਆਂ ਦੇ 60 ਬਹੁ ਵਿਕਲਪੀ ਸਵਾਲ ਨੇ ਜਿਹੜੇ ਉਹ ਦਿੱਤੇ ਨੇ, ਉਹਨਾਂ ਦੇ ਵਿੱਚੋਂ 50 ਹੱਲ ਕਰਨ ਦੇ ਲਈ ਕਿਹਾ ਹੈ। ਇਸੇ ਤਰ੍ਹਾਂ 12ਵੀਂ ਜਮਾਤ ਦੇ ਵੀ ਕੁਝ ਵਿਸ਼ਿਆਂ ਦੇ ਜਿਹੜੇ ਸਵਾਲ ਇਸੇ ਤਰ੍ਹਾਂ ਦਿੱਤੇ ਗਏ ਨੇ। ਪੰਜਾਬ ਸਰਕਾਰ ਨੂੰ ਇਸ ਸਾਲ ਅਗਸਤ ਮਹੀਨੇ ਦੇ ਵਿੱਚ ਵੱਖ-ਵੱਖ ਵਸੂਲੀਆਂ ਦੇ ਆਧਾਰ ਤੇ ਵੱਧ ਮਾਲੀਆ ਇਕੱਠਾ ਹੋਇਆ ਰਕਮ 1188 ਕਰੋੜ 70 ਲੱਖ ਰੁਪਏ ਦੀ ਹੈ। ਪਿਛਲੇ ਸਾਲ ਇਸੇ ਮਹੀਨੇ ਯਾਨੀ ਕਿ ਅਗਸਤ 2020 ਦੇ ਵਿੱਚ ਇਹ ਮਾਲੀਆ 987 ਕਰੋੜ 20 ਲੱਖ ਰੁਪਏ ਸੀ ਤੇ ਇਸ ਹਿਸਾਬ ਨਾਲ GST ਮਾਲੀਏ ਵਿੱਚ ਪਿਛਲੇ ਸਾਲ ਨਾਲੋਂ 20.41% ਵਾਧਾ ਹੋਇਆ ਹੈ ਤੇ ਇਸ ਨਾਲ ਪੰਜਾਬ ਦੇ ਅਰਥਚਾਰੇ ਵਿੱਚ ਸੁਧਾਰ ਦੇ ਸੰਕੇਤ ਨੇ ਜਿਹੜੇ ਉਹ ਲਾਏ ਜਾ ਰਹੇ ਨੇ। ਉਧਰ ਪੈਟਰੋਲੀਅਮ ਵਸਤੂਆਂ ਦੇ ਉੱਤੇ ਜਿਹੜੀ ਐਕਸਾਈਜ਼ ਡਿਊਟੀ ਲਾਈ ਗਈ ਹੈ ਉਸ ਦੇ ਵਾਧੇ ਨੇ ਮੋਦੀ ਸਰਕਾਰ ਦੇ ਵੀ ਖਜ਼ਾਨੇ ਭਰ ਦਿੱਤੇ ਨੇ। 4 ਮਹੀਨਿਆਂ ਦੇ ਵਿੱਚ 1 ਲੱਖ ਕਰੋੜ ਰੁਪਏ ਤੋਂ ਵੀ ਵੱਧ ਵਸੂਲੀ ਹੈ ਜਿਹੜੀ ਉਹ ਹੋਈ ਹੈ। ਸੋ ਪੰਜਾਬ ਨੂੰ ਵੀ ਕਰੋੜਾਂ ਦੇ ਵਿੱਚ 1 ਮਹੀਨੇ ਦੇ ਵਿੱਚ ਵਸੂਲੀ ਹੈ ਜਿਹੜੀ ਮਾਲੀਏ ਤੋਂ ਹੋਈ ਹੈ ਤੇ ਕੇਂਦਰ ਸਰਕਾਰ ਨੂੰ ਵੀ 1 ਲੱਖ ਕਰੋੜ ਰੁਪਏ ਤੋਂ ਵੱਧ ਵਸੂਲੀ ਹੋਈ ਹੈ। ਪਰ ਲੋਕ ਜ਼ਰੂਰ ਸੋਚਦੇ ਹੋਣਗੇ ਕਿ ਜਿਹੜਾ ਅਸੀਂ ਟੈਕਸ ਦਿੰਨੇ ਹਾਂ ਉਹ ਮੋੜ ਕੇ ਸਾਡੇ ਤੇ ਕਿੱਥੇ ਲਾਇਆ ਜਾ ਰਿਹਾ ਹੈ। ਹਰਿਆਣਾ ਦੀ ਖੱਟਰ ਸਰਕਾਰ ਨੇ ਹਰਿਆਣਾ ਦੇ ਵਿੱਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਲੋਕਡਾਊਨ ਨੂੰ 20 ਸਤੰਬਰ ਤੱਕ ਵਧਾ ਦਿੱਤਾ ਹੈ। ਸੂਬੇ ਦੇ ਵਿੱਚ ਸਥਿਤ ਰਿਹਾਇਸ਼ੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ 15 ਅਕਤੂਬਰ ਤੱਕ ਆਨਲਾਈਨ ਕਲਾਸਾਂ ਲਾਉਣ ਦੇ ਹੀ ਹੁਕਮ ਨੇ ਜਿਹੜੇ ਉਹ ਲਾਏ ਗਏ ਨੇ। ਹੋਰ ਪਾਬੰਦੀਆਂ ਨੇ ਜਿਹੜੀਆਂ ਪਹਿਲਾਂ ਵਾਂਗੂ ਹੀ ਜਾਰੀ ਰਹਿਣਗੀਆਂ। ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਧਾਰਾ 144 ਲਾਉਣ ਦੀ ਵੀ ਹਦਾਇਤ ਦੇ ਦਿੱਤੀ ਗਈ ਹੈ। ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਪਿੰਡ ਕੋਟ ਦੋਨਾ ਦੇ ਵਿੱਚ ਉਸ ਨੌਜਵਾਨ ਦੀ ਨਿਹੰਗ ਸਿੰਘਾਂ ਨੇ ਕੁੱਟਮਾਰ ਕੀਤੀ ਹੈ ਜੋ ਸੋਸ਼ਲ ਮੀਡੀਆ ਤੇ ਆਪਣਾ YouTube ਚੈਨਲ ਚਲਾਉਂਦਾ ਹੈ ਅਤੇ ਉਸ ਦੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਗਏ ਨੇ। ਕੋਟ ਦੋਨਾ ਦੇ ਹਰਜਿੰਦਰ ਸਿੰਘ ਦੀ ਨਿਹੰਗ ਸਿੰਘਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈ ਤੇ ਕੁਝ ਸਮੇਂ ਬਾਅਦ ਹੀ ਨਿਹੰਗ ਸਿੰਘ ਨੌਜਵਾਨਾਂ ਨੇ ਘਟਨਾ ਦੀ ਜ਼ਿੰਮੇਵਾਰ ਲੈਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਜਾਰੀ ਕਰ ਦਿੱਤੀ। ਨਿਹੰਗ ਸਿੰਘਾਂ ਨੇ ਹਰਜਿੰਦਰ ਤੇ ਇਤਰਾਜ਼ਯੋਗ ਗਾਲੀ ਗਲੋਚ ਤੇ ਅਸ਼ਲੀਲ ਵੀਡੀਓਜ਼ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਤੇ ਕੁਝ ਸਮਾਂ ਪਹਿਲਾਂ ਵੀ ਹਰਜਿੰਦਰ ਸਿੰਘ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਕੇਸ ਦਰਜ ਹੋਇਆ ਸੀ। ਹਾਲਾਂਕਿ ਇਸ ਮਾਮਲੇ ਸੰਬੰਧੀ ਪੁਲਿਸ ਦੇ ਕੋਲ ਕੋਈ ਸ਼ਿਕਾਇਤ ਹੈ ਜਿਹੜੀ ਉਹ ਹਰਜਿੰਦਰ ਸਿੰਘ ਦੇ ਵੱਲੋਂ ਨਹੀਂ ਪਹੁੰਚੀ ਹੈ, ਪਰ ਨਿਹੰਗ ਸਿੰਘਾਂ ਨੇ ਅੱਜ ਧਨੌਲਾ ਦੇ ਥਾਣੇ ਵਿੱਚ ਇਕੱਠੇ ਹੋ ਕੇ ਆਪਣਾ ਜਿਹੜਾ ਜੁਰਮ ਹੈ ਉਹ ਦੱਸਣ ਦੀ ਗੱਲ ਹੈ ਜਿਹੜੀ ਉਹ ਕਹੀ ਗਈ ਹੈ ਕਿ ਅਸੀਂ ਪੁਲਿਸ ਥਾਣੇ ਜਾ ਕੇ ਖੁਦ ਕਹਾਂਗੇ ਕਿ ਅਸੀਂ ਇਸ ਨੌਜਵਾਨ ਦੀ ਕੁੱਟ ਮਾਰ ਕੀਤੀ ਹੈ। ਦਰਅਸਲ ਇਹ ਨੌਜਵਾਨ ਇੱਕ YouTube ਚੈਨਲ ਚਲਾਉਂਦਾ ਹੈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅਤੇ ਉਸ ਤੇ ਬਹੁਤ ਹੀ ਇਤਰਾਜ਼ਯੋਗ ਅਤੇ ਅਸ਼ਲੀਲ ਸਮੱਗਰੀ ਹੈ ਜਿਹੜੀ ਉਹ ਦਿਖਾਈ ਜਾਂਦੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਮੁਜ਼ੱਫਰਨਗਰ ਦੇ GIC ਗਰਾਊਂਡ ਵਿੱਚ ਕਿਸਾਨ ਰੈਲੀ ਸ਼ੁਰੂ ਹੋਈ ਤਾਂ ਕਿਸਾਨਾਂ ਨੇ ਕਿਹਾ ਕਿ ਇਸ ਮਹਾ ਰੈਲੀ ਦੇ ਸ਼ੁਰੂ ਹੋਣ ਨਾਲ ਹੀ ਸਾਡਾ ਮਿਸ਼ਨ उत्तर प्रदेश शुरू हो गई है। पीर पर्वत सी पिघलनी चाहिए, इस हिमालय से कोई गंगाल निकलनी चाहिए। सिर्फ हंगामा खड़ा करना मेरा मकसद नहीं, मेरी कोशिश है कि ये सूरत बदलनी चाहिए।
ਸ਼ਾਇਰ ਦੁਸ਼ਯੰਤ ਦੀਆਂ ਇਹਨਾਂ ਪੰਕਤੀਆਂ ਵਰਗੀ ਸੋਚ ਨਾਲ ਕੀਤੀ ਗਈ ਰੈਲੀ ਇਤਿਹਾਸਿਕ ਹੋ ਨਿਬੜੀ। ਸਰਕਾਰ ਭਾਵੇਂ ਖਾਮੋਸ਼ ਹੈ, ਪਰ ਇਸ ਰੈਲੀ ਦਾ ਇਕੱਠ ਦਰਸਾਉਂਦਾ ਹੈ ਕਿ ਇਹ ਰੈਲੀ ਸਰਕਾਰ ਦੀਆਂ ਜੜ੍ਹਾਂ ਉਖਾੜਨ ਵਾਲੀ ਰੈਲੀ ਸੀ। ਸਿਆਸੀ ਲੀਡਰ ਕਿਰਾਏ ਦੇ ਬੰਦਿਆਂ ਨਾਲ ਇਕੱਠ ਕਰਦੇ ਨੇ ਜਿਹੜੇ ਇੰਨੇ ਵੱਡੇ ਤਾਂ ਫਿਰ ਵੀ ਨਹੀਂ ਹੁੰਦੇ, ਪਰ ਇਹ ਆਪ ਮੁਹਾਰਾ ਜੋਸ਼, ਜਜ਼ਬੇ ਤੇ ਹੱਕ ਲੈਣ ਦਾ ਇਕੱਠ ਸੀ। ਇਸ ਰੈਲੀ ਵਿੱਚ ਦੇਸ਼ ਭਰ ਤੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਅੰਦੋਲਨ 'ਚ ਸ਼ਾਮਿਲ ਹੋਣ ਲਈ ਵਹੀਰਾਂ ਘੱਤ ਕੇ ਕਿਸਾਨਾਂ ਸਮੇਤ ਹੋਰ ਲੋਕ ਪਹੁੰਚੇ। यूपी ਦੇ ਜਿਸ ਥਾਂ ਤੇ ਮਹਾਪੰਚਾਇਤ ਹੋਈ ਉੱਥੇ ਰਾਤ ਤੋਂ ਬਾਅਦ ਤੜਕਸਾਰ ਹੀ ਹਜ਼ਾਰਾਂ ਲੋਕ ਪਹੁੰਚ ਗਏ ਸੀ। ਸਵੇਰੇ 6 ਵਜੇ ਦੀਆਂ ਤਸਵੀਰਾਂ ਵੀ ਦੇਖੀਆਂ ਗਈਆਂ ਨੇ, ਜਦੋਂ 6 ਵਜੇ ਹੀ ਪੂਰਾ ਪੰਡਾਲ ਭਰਿਆ ਪਿਆ ਸੀ। ਇੰਨਾ ਜੋਸ਼ ਲੋਕਾਂ ਦੇ ਵਿੱਚ ਸੀ। किसान लीडर राकेश टिकैत, बलवीर सिंह राजेवाल, जोगिंदर सिंह उगराहा, हनन मौला, जोगिंदर यादव, शिव कुमार कक्का, जगजीत सिंह डल्लेवाल, गुरनाम सिंह चिड़ूनी ਅਤੇ ਹੋਰ ਕਈ ਵੱਡੇ ਕਿਸਾਨ ਲੀਡਰ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣ ਲਈ यूपी ਪਹੁੰਚੇ ਹੋਏ ਸੀ। ਇਸ ਮਹਾਪੰਚਾਇਤ ਦੇ ਵਿੱਚ ਪੰਜਾਬ, ਹਰਿਆਣਾ, यूपी, ਤਮਿਲਨਾਡੂ, ਕੇਰਲਾ ਤੇ ਕਰਨਾਟਕਾ ਸਣੇ ਦਿੱਲੀ ਸਮੇਤ ਹੋਰ ਕਈ ਸੂਬਿਆਂ ਤੋਂ ਲੋਕ ਪਹੁੰਚੇ। ਕਿਸਾਨ ਆਗੂ ਇੰਨੀ ਵੱਡੀ ਗਿਣਤੀ ਵਿੱਚ ਸੀਗੇ ਕਿ ਹਰ ਕਿਸੇ ਨੂੰ ਇੱਕ ਮਿੰਟ ਦਾ ਹੀ ਸਮਾਂ ਬੋਲਣ ਲਈ ਦਿੱਤਾ ਜਾ ਰਿਹਾ ਸੀ। यूपी ਦੇ ਕਿਸਾਨਾਂ ਨੇ ਕਿਹਾ ਕਿ ਸਵਾਮੀ ਸਹਿਜਾਨੰਦ ਸਰਸਵਤੀ, ਚੌਧਰੀ ਚਰਨ ਸਿੰਘ ਤੇ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਪੂਜਣਯੋਗ ਭੂਮੀ ਹੁਣ ਭਾਰਤ ਦੀ ਖੇਤੀ ਅਤੇ ਕਿਸਾਨਾਂ ਨੂੰ ਕਾਰਪੋਰੇਟ ਅਤੇ ਉਹਨਾਂ ਦੇ ਸਿਆਸੀ ਦਲਾਲਾਂ ਤੋਂ ਬਚਾਉਣ ਦੀ ਲੜਾਈ ਲੜੇਗੀ। ਮੋਰਚੇ ਨੇ ਰੈਲੀ ਦੀ ਸਫਲਤਾ ਲਈ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਰੋਕਾਂ ਲਾਉਣ ਦੇ ਬਾਵਜੂਦ ਵੀ ਇੱਥੇ ਪਹੁੰਚੇ। ਮੋਰਚੇ ਦੇ ਲੀਡਰਾਂ ਨੇ ਕਿਹਾ ਕਿ ਪੂਰਾ ਮੁਜ਼ੱਫਰਨਗਰ ਸ਼ਹਿਰ ਇੱਕ ਰੈਲੀ ਗਰਾਊਂਡ ਦੇ ਵਿੱਚ ਬਦਲ ਗਿਆ ਸੀ। ਸ਼ਹਿਰ ਦੇ ਵਿੱਚ ਲੋਕਾਂ ਦਾ ਸਮੁੰਦਰ ਵਰਗਾ ਠਾਠਾ ਮਾਰਦਾ ਇਕੱਠ ਹੋਇਆ। ਦੇਸ਼ ਭਰ ਦੇ 10 ਲੱਖ ਤੋਂ ਵੱਧ ਕਿਸਾਨ ਏਕਤਾ ਅਤੇ ਤਾਕਤ ਦਿਖਾਉਣ ਦੇ ਲਈ ਇਕੱਠੇ ਹੋਏ। ਇਹ ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਕਿ 10 ਲੱਖ ਦਾ ਇਕੱਠ ਸੀ। ਮੁਜ਼ੱਫਰਨਗਰ ਕਿਸਾਨ ਮਜ਼ਦੂਰ ਮਹਾਪੰਚਾਇਤ ਨੂੰ ਇੱਕ ਇਤਿਹਾਸਿਕ ਦਿਨ ਦੇ ਰੂਪ 'ਚ ਯਾਦ ਕੀਤਾ ਜਾਏਗਾ ਅਤੇ ਇਹ ਭਾਰਤੀ ਸਿਆਸਤ ਦੇ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਿਤ ਹੋਵੇਗਾ। ਇਹ ਕਿਹਾ ਸੰਯੁਕਤ ਕਿਸਾਨ ਮੋਰਚੇ ਨੇ। ਮੋਰਚੇ ਦੇ ਲੀਡਰਾਂ ਨੇ ਇਸ ਰੈਲੀ ਦੇ ਵਿੱਚ ਮੁੜ ਤੋਂ 3 ਖੇਤੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਅਹਿਦ ਲਿਆ ਤੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਵਾਅਦਾ ਕੀਤਾ। ਮੁਜ਼ੱਫਰਨਗਰ ਦੇ ਵਿੱਚ ਕਿਸਾਨ ਮਹਾਪੰਚਾਇਤ ਨੇ ਹੁਣ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਪਹਿਲਾਂ 25 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਕਿ ਹੁਣ 27 ਸਤੰਬਰ ਨੂੰ ਕਰ ਦਿੱਤਾ ਗਿਆ ਹੈ ਤੇ ਸਾਰੇ ਦੇਸ਼ ਵਾਸੀ ਇਸ ਨੂੰ ਸਫਲ ਬਣਾਉਣ। ਕਿਸਾਨਾਂ ਨੇ ਕਿਹਾ ਕਿ ਇਸ ਮਹਾਪੰਚਾਇਤ ਨੇ ਮਿਸ਼ਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸ਼ੁਰੂਆਤ ਕਰ ਦਿੱਤੀ ਹੈ। ਕਿਸਾਨਾਂ ਨੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਸਬਕ ਸਿਖਾਉਣ ਦਾ ਵਾਅਦਾ ਕੀਤਾ। ਕਿਹਾ ਕਿ ਕਿਸਾਨ ਮਜ਼ਦੂਰਾਂ ਦਾ ਮੁੱਦਾ ਜਿਹੜਾ ਬੀਜੇਪੀ ਦੀ ਫਿਰਕੂ ਤੇ ਜਾਤੀਵਾਦੀ ਸਿਆਸਤ ਨੂੰ ਹਰਾ ਦੇਵੇਗਾ। यूपी ਦੇ ਮੁਜ਼ੱਫਰਨਗਰ ਦੇ ਵਿੱਚ ਹੋਈ ਇਸ ਮਹਾਪੰਚਾਇਤ ਦੇ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਹੈਰਾਨੀ ਦੀ ਗੱਲ ਹੈ ਕਿ ਜਦੋਂ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਐਂਟਰੀ ਹੋਈ ਤਾਂ ਉਸ ਤੋਂ ਬਾਅਦ ਇੰਟਰਨੈਟ ਲਗਾਤਾਰ ਬੰਦ ਹੁੰਦਾ ਰਿਹਾ। ਕਿਸਾਨ ਏਕਤਾ ਮੋਰਚਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਦੱਸਿਆ ਕਿ ਵਾਰ-ਵਾਰ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਨੇ, ਜਿਸ ਕਰਕੇ ਅਸੀਂ ਤੁਹਾਡੇ ਤੱਕ ਤਸਵੀਰਾਂ ਪਹੁੰਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾ ਰਹੇ। ਸੋਸ਼ਲ ਮੀਡੀਆ ਤੇ ਇਸ ਮਹਾਪੰਚਾਇਤ ਦੀ ਲਾਈਵ ਕਵਰੇਜ ਲਗਾਤਾਰ ਪ੍ਰਭਾਵਿਤ ਹੁੰਦੀ ਰਹੀ। ਕਿਸਾਨਾਂ ਦੀਆਂ ਤਕਰੀਰਾਂ ਨੂੰ ਇੰਟਰਨੈਟ ਬੰਦ ਹੋਣ ਨਾਲ ਇੱਕ ਵਾਰ ਨਹੀਂ ਕਈ ਵਾਰੀ ਰੁਕ ਕੇ ਚੱਲਣਾ ਪਿਆ। ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਇਸ ਰੈਲੀ ਨਾਲ ਜੁੜੀਆਂ ਵੀਡੀਓਜ਼ ਨੇ ਉਹ ਇੰਟਰਨੈਟ ਟੁੱਟਣ ਕਾਰਨ ਅਧੂਰੀਆਂ ਹੀ ਨੇ। ਕਿਸਾਨ ਲੀਡਰਾਂ ਦੀਆਂ ਬਹੁਤੀਆਂ ਤਕਰੀਰਾਂ ਲੋਕਾਂ ਤੱਕ ਪਹੁੰਚ ਨਹੀਂ ਸਕੀਆਂ। ਸਰਕਾਰ ਨੇ ਆਪਣੇ ਹੱਥ ਕੰਡੇ ਵੀ ਅਪਣਾਏ। ਕਿਸਾਨਾਂ ਦੇ ਦੱਸਣ ਮੁਤਾਬਿਕ ਮਹਾਪੰਚਾਇਤ ਵਿੱਚ ਰੇਲ ਰਾਹੀਂ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਰੇਲ ਗੱਡੀ ਵਿਚਾਲੇ ਹੀ ਰੋਕ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ ਦੱਸਿਆ ਕਿ ਦੇਹਰਾਦੂਨ ਨਵੀਂ ਦਿੱਲੀ ਸ਼ਤਾਬਦੀ ਸਪੈਸ਼ਲ ਰੋਕ ਦਿੱਤੀ ਗਈ। ਰੇਲ ਗੱਡੀ ਵਿੱਚ ਹਜ਼ਾਰਾਂ ਕਿਸਾਨ ਸਵਾਰ ਸਨ। ਹਜ਼ਾਰਾਂ ਕਿਸਾਨ ਵਿਸ਼ੇਸ਼ ਰੇਲਵੇ ਅਧਿਕਾਰੀ ਅਤੇ ਰੇਲਵੇ ਪੁਲਿਸ ਨੂੰ ਟ੍ਰੇਨ ਚਲਾਉਣ ਦੇ ਲਈ ਵਾਰ-ਵਾਰ ਕਹਿੰਦੇ ਰਹੇ ਤੇ ਇਸ ਟ੍ਰੇਨ ਦੇ ਵਿੱਚ ਕਈ ਖਾਪ ਪੰਚਾਇਤਾਂ ਵੀ ਮੌਜੂਦ ਸਨ। ਕਿਸਾਨ ਲੀਡਰਾਂ ਨੇ ਰੈਲੀ ਦੇ ਵਿੱਚ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਣ ਆਏ ਹਾਂ ਕਿ ਸਾਡਾ ਧਰਮ ਕਿਸਾਨੀ ਹੈ, ਸਾਡੀ ਜ਼ਾਤ ਕਿਸਾਨੀ ਹੈ, ਅਸੀਂ ਸਾਰੇ ਕਿਸਾਨਾਂ ਅਸੀਂ ਹੋਰ ਵੰਡੀਆਂ ਨਹੀਂ ਪੈਣ ਦੇਵਾਂਗੇ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਅੰਦੋਲਨ ਇਖਲਾਕੀ ਤੌਰ ਤੇ ਜਿੱਤ ਚੁੱਕਿਆ ਹੈ, ਪਰ ਸਰਕਾਰ ਤਾਂ ਗੈਰ ਇਖਲਾਕੀ ਹੈ। ਇਹ ਅੰਦੋਲਨ ਜਿੰਨੇ ਸੂਬਿਆਂ 'ਚ ਫੈਲਿਆ, ਜਿੰਨਾ ਲੰਬਾ ਹੋ ਰਿਹਾ, ਬੀਜੇਪੀ ਦੀਆਂ ਜੜ੍ਹਾਂ ਉਨੀਆਂ ਹੀ ਡੂੰਘੀਆਂ ਪੁੱਟ ਹੋਣਗੀਆਂ। ਉਹਨਾਂ ਕਿਹਾ ਕਿ ਅੱਜ ਦਾ ਇਹ ਇਕੱਠ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਸੰਭਲ ਜਾਓ ਵਰਨਾ ਮਿਟਾ ਦਿੱਤੇ ਜਾਓਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਸਾਨੂੰ ਵੱਡੀਆਂ ਬੈਠਕਾਂ ਸਾਰੇ ਦੇਸ਼ ਵਿੱਚ ਕਰਨੀਆਂ ਪੈਣਗੀਆਂ। ਸਰਕਾਰ ਭਵਿੱਖ ਵਿੱਚ ਸਰਕਾਰ ਦੇ ਵੱਲੋਂ ਕੀਤੇ ਜਾਣ ਵਾਲੇ ਧੋਖਿਆਂ ਨੂੰ ਗਿਣਾਉਂਦਿਆਂ ਟਿਕੈਤ ਨੇ ਕਿਹਾ ਕਿ ਸਰਕਾਰ ਦਾ ਪਹਿਲਾ ਧੋਖਾ ਰੇਲ ਤੇ ਹਵਾਈ ਅੱਡੇ ਵੇਚਣ ਦਾ ਹੋਏਗਾ। ਸਭ ਕੁਝ ਵੇਚ ਦਿੱਤਾ ਜਾਏਗਾ। ਦੂਸਰਾ ਧੋਖਾ ਸਰਕਾਰ ਬਿਜਲੀ ਨੂੰ ਵੇਚ ਕੇ ਕਰੇਗੀ। ਸਰਕਾਰ ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਕਰੇਗੀ। ਸਰਕਾਰ ਤੀਜਾ ਧੋਖਾ ਸੜਕਾਂ ਵੇਚ ਕੇ ਕਰੇਗੀ। ਸਾਰੀਆਂ ਸੜਕਾਂ ਤੇ ਟੈਕਸ ਲੱਗੇਗਾ। LIC ਬੈਂਕ ਅਡਾਨੀ ਅੰਬਾਨੀ ਨੂੰ ਵੇਚਿਆ ਜਾਵੇਗਾ। FCI ਦੀ ਜ਼ਮੀਨ ਪੂਰੇ ਗੋਦਾਮ ਅਡਾਨੀ ਨੂੰ ਦੇ ਦਿੱਤੇ ਗਏ ਨੇ। ਗੋਦਾਮ ਅਡਾਨੀ ਦੇ ਕਬਜ਼ੇ ਵਿੱਚ ਨੇ। ਦੇਸ਼ ਦੇ ਬੰਦਰਗਾਹ ਵੀ ਕੰਪਨੀਆਂ ਨੂੰ
ਵੇਚ ਦਿੱਤੇ ਗਏ। ਪਾਣੀ ਵੇਚਿਆ ਜਾ ਰਿਹਾ, ਸਾਡੀਆਂ ਨਦੀਆਂ ਵੇਚੀਆਂ ਜਾ ਰਹੀਆਂ ਨੇ। ਭਾਰਤ ਸਰਕਾਰ ਦੀ ਨੀਤੀ ਇਹੀ ਹੈ ਕਿ ਭਾਰਤ ਵਿਕਾਊ ਹੈ। ONGC, BPCL, ਸਿੱਖਿਆ, ਮੈਡੀਕਲ ਤੇ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ। ਕਿਸਾਨੀ ਵੀ ਵਿਕਣ ਦੀ ਕਗਾਰ ਤੇ ਹੈ। क्या आप लोग 1857 जिसने 1757 से आई ईस्ट इंडिया कंपनी का राज खत्म किया था, क्या आप लोग मोसेटो, कारगिल, अडानी, अंबानी का, मोदियों और हमारे अमित शाह का जो राज किया जा रहा है उसको खत्म करने की एक कसम लेते हो तो हाथ खड़े करो, नारा लगाओ, मोदी अमित शाह गद्दी छोड़ो, मोदी अमित शाह गद्दी छोड़ो, कारपोरेट्स खेती छोड़ो। ਅੱਜ ਮਿਸ਼ਨ ਸ਼ੁਰੂ ਹੋਇਆ ਐ ਸ਼ਹਿਰ ਦੇ ਵਿੱਚੋਂ ਤੇ ਮੇਰਾ ਖਿਆਲ ਹੈ ਵੀ ਸਾਡਾ ਮਿਸ਼ਨ 2024 ਤੱਕ ਚੱਲਣਾ। ਮੈਂ ਸਾਰੇ ਕਿਸਾਨਾਂ ਕੋਲ ਬੇਨਤੀ ਕਰਦਾ 2024 ਤੱਕ क्यों चलना है। 2022 में 5 स्टेटा में वोटां पैणियां, पंजाब से, यूपी से, दूसरिया स्टेटा में, ते 2022 से जहां जहां से भारतीय जनता पार्टी है उसकी जड़ा खेड़नियां, उसकी जड़ा पट्टनियां। जे हमारियां मंगा है पार्टी सरकार नहीं मनेगी तो उसकी जड़ा खेड़ियां जाएगियां। ते 2024 दे विच भारत दियां वोटां पैणियां ते लड़ाई साडी ਇਹ ਭਾਰਤ ਪੱਧਰ ਦੀ ਹੈ। ਤੇ ਜੇ ਭਾਰਤ ਪੱਧਰ ਦੀ ਲੜਾਈ ਨੂੰ ਸਿਰੇ ਨਾ ਲਾਇਆ ਗਿਆ ਤਾਂ ਸਾਡਾ ਵੱਡਾ ਨੁਕਸਾਨ ਹੋਣਾ। ਤੇ 2024 ਤੱਕ ਜਾਂ ਨਰਿੰਦਰ ਮੋਦੀ ਸਾਡੀਆਂ ਮੰਗਾਂ ਮੰਨ ਜੇ ਤੇ ਜਾਂ कुर्सी छोड़ दे, आपके घर को चला जावे, आप लोग कुर्सी का इंतजाम कर लेंगे, कोई बात नहीं। आज सारा देश एक खास तरह के संकट में है। जो आदमी सख्त मेहनत करता है वो भूखा मर रहा है, जो आदमी एसी में बैठा है, जो आदमी एक कॉरपोरेट हाउस चलाता है, देश की सारी दौलत उसकी तरफ धक्के से जा रही है। हम सरकार चुनते हैं, हमारे देश का संविधान कहता है गवर्नमेंट ऑफ द पीपल, बाय द पीपल, फॉर द पीपल। ये बदकिस्मती से हमसे एक गलती हो गई। ये हिंदू मुसलमान का नाम लेकर भाजपा वाले सत्ता में आ गए तो सरकार बन गई गवर्नमेंट ऑफ द पीपल, फॉर द कॉरपोरेट, बाय द पीपल। लोग चुनते तो हैं सरकार, लेकिन वो सरकार आज लोगों के लिए नहीं होती। हम अपने नुमाइंदे चुनते हैं, वो पार्लियामेंट में जाते हैं, विधानसभा में जाते हैं। उनकी पहली ड्यूटी ये होती है कि वो वहां जाकर ऐसी पॉलिसीज बनवाएं जिससे लोग शांति से अपना जीवन जी सके, ऐसे कानून बनवाएं जिससे लोगों को तरक्की करने में मदद मिले। लेकिन हो क्या रहा है, कुछ कॉरपोरेट हाउसेस आज देश की हर चीज उनके लिए सेल पे लग गई है। ਪੰਜਾਬ ਤੋਂ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ 2022 ਮਿਸ਼ਨ ਸ਼ੁਰੂ ਹੋ ਗਿਆ, ਲੱਗਦਾ ਹੈ ਕਿ ਇਹ ਮਿਸ਼ਨ 2024 ਤੱਕ ਚੱਲੇਗਾ। ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭਾਰਤ ਦੇ ਵਿੱਚ ਬੀਜੇਪੀ ਦੀਆਂ ਜੜ੍ਹਾਂ ਪੁੱਟ ਦੇਾਂਗੇ। ਨਰਿੰਦਰ ਮੋਦੀ ਜਾਂ ਸਾਡੀਆਂ ਮੰਗਾਂ ਮੰਨ ਲਵੇ ਜਾਂ ਕੁਰਸੀ ਛੱਡ ਕੇ ਪਾਸੇ ਹੋ ਜਾਵੇ, ਰੁਲਦੂ ਸਿੰਘ ਨੇ ਆਪਣੇ ਅੰਦਾਜ਼ ਦੇ ਵਿੱਚ ਕਿਹਾ। ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਹ ਇਕੱਠ ਨਹੀਂ, ਲੋਹੇ ਦੀ ਲੱਠ ਹੈ ਤੇ ਲੋਹੇ ਦੀ ਲੱਠ ਝੁਕਦੀ ਨਹੀਂ ਹੁੰਦੀ, ਇਸ ਲਈ ਸਰਕਾਰ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਤੋਂ ਕਿਸਾਨ ਲੀਡਰ ਸ਼ਿਵ ਕੁਮਾਰ ਕੱਕਾ ਨੇ ਦਾਅਵਾ ਕੀਤਾ ਕਿ ਭਾਰਤੀ ਕਿਸਾਨ ਸੰਘ ਮੋਦੀ ਸਰਕਾਰ ਨਾਲ ਮਿਲ ਕੇ ਸਾਜ਼ਿਸ਼ ਕਰ ਰਿਹਾ ਹੈ। ਸਰਕਾਰ ਤਿੰਨੇ ਕਾਨੂੰਨ ਵਾਪਸ ਲੈ ਲਵੇ, ਨਹੀਂ ਤਾਂ ਪੁੱਠੀ ਗਿਣਤੀ ਅਸੀਂ ਸਰਕਾਰ ਦੀ ਸ਼ੁਰੂ ਕਰ ਦਿਆਂਗੇ। ਇਸ ਤੋਂ ਬਾਅਦ ਯੂਪੀ ਦੇ ਵਿੱਚ ਮਹਾਪੰਚਾਇਤਾਂ ਦਾ ਹੜ੍ਹ ਆ ਜਾਏਗਾ, ਇਹ ਕਿਹਾ ਹਰਿੰਦਰ ਸਿੰਘ ਲੱਖੋਵਾਲ ਨੇ। ਇੱਥੇ ਸਵਰਾਜ ਪਾਰਟੀ ਦੇ ਲੀਡਰ ਤੇ ਸਿਆਸੀ ਵਿਸ਼ਲੇਸ਼ਕ ਯੋਗਿੰਦਰ ਯਾਦਵ ਵੀ ਪਹੁੰਚੇ ਹੋਏ ਸੀ। ਯੋਗੀ ਸਰਕਾਰ ਤੇ ਕਈ ਸਵਾਲ ਖੜੇ ਕੀਤੇ। ਯਾਦਵ ਨੇ ਕਿਹਾ ਕਿ ਕਿਸਾਨਾਂ ਦਾ ਸਰਕਾਰ ਵੱਲ ਬਹੁਤ ਸਾਰਾ ਬਕਾਇਆ ਖੜਾ ਹੈ। ਉੱਤਰ ਪ੍ਰਦੇਸ਼ ਦੇ ਵਿੱਚ 7,295 ਕਰੋੜ ਰੁਪਏ ਪਿਛਲੇ ਸੀਜ਼ਨ ਦੇ ਪਏ ਨੇ, 4,700 ਕਰੋੜ ਰੁਪਏ ਉਸ ਤੋਂ ਵੀ ਪਿਛਲੇ ਸੀਜ਼ਨ ਦੇ ਪਏ ਨੇ, ਜਿਹੜੇ ਕਿ 12,000 ਕਰੋੜ ਹੋ ਗਏ ਨੇ। ਉਹਨਾਂ ਕਿਹਾ ਕਿ ਬੀਜੇਪੀ ਨੇ ਕਿਹਾ ਸੀ ਅਸੀਂ ਤਾਂ ਕਿਸਾਨਾਂ ਨੂੰ ਬਕਾਏ ਤੇ ਵਿਆਜ ਵੀ ਦੇਵਾਂਗੇ, ਤੇ ਹੁਣ ਕੀ ਹੋ ਗਿਆ।
योगेंद्र यादव ने यूपी ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਨਾਅਰੇ ਵੀ ਲਗਵਾਏ। ਕਿਸਾਨਾਂ ਦੀ ਇਸ ਰੈਲੀ ਤੇ ਸਿਆਸੀ ਲੀਡਰਾਂ ਦੇ ਪ੍ਰਤੀਕਰਮ ਦੇਖ ਲਈਏ ਤਾਂ ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਜੋ ਪ੍ਰਤੀਕਰਮ ਦਿੱਤਾ ਹੈ ਉਸਨੇ ਬੀਜੇਪੀ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁਜ਼ੱਫਰਨਗਰ ਦੇ ਵਿੱਚ ਲੱਖਾਂ ਕਿਸਾਨ ਜਿਹੜੇ ਇਕੱਠੇ ਹੋਏ ਨੇ ਉਹ ਸਾਡਾ ਆਪਣਾ ਹੀ ਖੂਨ ਹੈ ਤੇ ਸਰਕਾਰ ਇਹਨਾਂ ਦੇ ਨਾਲ ਇੱਜ਼ਤ ਨਾਲ ਪੇਸ਼ ਆਏ। ਇਹ ਸੁਝਾਅ ਹੈ ਜਿਹੜਾ ਵਰੁਣ ਗਾਂਧੀ ਨੇ ਮੋਦੀ ਸਰਕਾਰ ਨੂੰ ਦਿੱਤਾ ਕਿ ਕਿਸਾਨਾਂ ਦੇ ਨਾਲ ਮੁੜ ਸਨਮਾਨਿਤ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ, ਉਹਨਾਂ ਦਾ ਦਰਦ ਸਮਝਣਾ ਚਾਹੀਦਾ ਹੈ। ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਿਸਾਨਾਂ ਦੀ ਮੁਜ਼ੱਫਰਨਗਰ ਜਿਹੜੀ ਰੈਲੀ ਹੋਈ ਹੈ ਇਹ ਦੇਸ਼ ਦੀ ਆਵਾਜ਼ ਹੈ। ਕਿਸਾਨ ਇਸ ਦੇਸ਼ ਦੀ ਆਵਾਜ਼ ਨੇ, ਕਿਸਾਨ ਦੇਸ਼ ਦਾ ਗੌਰਵ ਨੇ। ਕਿਸਾਨਾਂ ਦੀ ਹੰਕਾਰ ਦੇ ਸਾਹਮਣੇ ਕਿਸੇ ਵੀ ਸੱਤਾ ਦਾ ਹੰਕਾਰ ਨਹੀਂ ਚੱਲਦਾ। ਖੇਤੀ ਕਿਸਾਨੀ ਨੂੰ ਬਚਾਉਣ ਤੇ ਆਪਣੀ ਮਿਹਨਤ ਦਾ ਹੱਕ ਮੰਗਣ ਦੀ ਲੜਾਈ ਵਿੱਚ ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ। ਹੁਣ ਜੇ ਪੰਜਾਬ ਨੂੰ ਮਾੜਾ ਜਾ ਆ ਜਾਈਏ ਤਾਂ ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਜਿਆਣੀ ਨੇ ਇਸ ਰੈਲੀ ਬਾਰੇ ਕਿਹਾ ਕਿ ਕਿਸਾਨ ਅੰਦੋਲਨ ਨਹੀਂ, ਅੰਦੋਲਨ ਦੀ ਆੜ ਵਿੱਚ ਕੁਝ ਹੋ ਰਹੀ ਹੈ। ਦਾਅਵਾ ਕੀਤਾ ਕਿ ਇਹ ਮੁੱਦਾ ਕਿਸਾਨਾਂ ਦਾ ਨਹੀਂ, ਆਪਣੇ ਅਸਲ ਮੁੱਦੇ ਤੋਂ ਇਹ ਭਟਕ ਚੁੱਕੇ ਨੇ। ਤਾਂ ਸਵਾਲ ਇਹੀ ਪੁੱਛਦੇ ਨੇ ਕਿਸਾਨ ਕਿ ਜੇ ਅਸੀਂ ਆਪਣੇ ਅਸਲ ਮੁੱਦੇ ਤੇ ਪਹਿਲਾਂ ਸੀਗੇ ਫਿਰ ਕਿਹੜਾ ਤੁਸੀਂ ਸਾਡੀ ਗੱਲ ਮੰਨ ਲਈ। ਵਾਰੀ-ਵਾਰੀ ਕਹਿੰਦੇ ਨੇ ਅਸੀਂ ਕੋਈ ਸਿਆਸੀ ਧਿਰ ਨਾਲ ਕੋਈ ਸਾਡਾ ਲਾਗਾ ਦੇਗਾ ਨਹੀਂ ਹੈ, ਅਸੀਂ ਨਿਰੋਲ ਕਿਸਾਨ ਹਾਂ, ਕਿਸਾਨੀ ਦੀ ਗੱਲ ਕਰਦੇ ਹਾਂ ਤੇ ਤੁਹਾਨੂੰ ਇਸੇ ਤਰ੍ਹਾਂ ਭਜਾਉਂਦੇ ਰਹਾਂਗੇ। ਸੁਰਜੀਤ ਜਿਆਣੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਜਿਆਣੀ ਨੂੰ ਆਪਣੀਆਂ ਅੱਖਾਂ ਬਦਲਾ ਲੈਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਹੀ ਤਰੀਕੇ ਨਾਲ ਦੇਖ ਸਕਣ। ਉਹਨਾਂ ਨੇ ਕਿਹਾ ਕਿ ਮਜਬੂਰੀ ਨਾਲ ਕਹਿਣਾ ਪੈ ਰਿਹਾ ਹੈ ਜਿਆਣੀ ਪੰਜਾਬੀਆਂ ਨੂੰ ਆਪਣੇ ਦੁਸ਼ਮਣਾਂ ਵਾਂਗੂ ਦੇਖ ਰਹੇ ਨੇ। ਕੀ ਕਿਸਾਨ ਭਾਰਤੀ ਨਹੀਂ ਹੈਗੇ? ਜੇ ਕਾਨੂੰਨ ਚੰਗੇ ਹੁੰਦੇ ਤਾਂ ਲੋਕ ਇਸ ਦੀ ਪ੍ਰਸ਼ੰਸਾ ਕਰਦੇ। ਪੰਜਾਬ ਦੇ ਲੋਕਾਂ ਨੂੰ ਗਲਤ ਰਾਹੀ ਜਾਣ ਲਈ ਮਜਬੂਰ ਨਾ ਕਰੋ। ਰੈਲੀ ਦੇ ਨਾਲ ਜੁੜੀ ਇੱਕ ਹੋਰ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਸਟੇਜ ਤੋਂ ਬੋਲ ਰਹੇ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਸਟੇਜ ਦੇ ਨੇੜਿਓਂ ਬੋਲਦਿਆਂ ਕਿਹਾ ਕਿ ਪਹਿਲਾਂ ਉਹ ਕੰਮ ਕਰੋ ਜੋ ਕਰਨਾ ਹੈ। ਰਾਜੇਵਾਲ ਨੇ ਕਿਹਾ ਕਿ ਇਹ ਲੋਕ ਆਪਣੇ ਸ਼ੋਰ ਦੇ ਵਿੱਚ ਬਾਕੀ ਰੈਲੀ ਵੀ ਖਰਾਬ ਕਰ ਰਹੇ ਨੇ, ਇਹਨਾਂ ਦੇ ਕਰਕੇ ਬਾਕੀਆਂ ਨੂੰ ਕੋਈ ਸੁਣ ਨਹੀਂ ਪਾ ਰਿਹਾ। ਰਾਜੇਵਾਲ ਨੇ ਕਿਹਾ ਕਿ ਹੂਟਿੰਗ ਕਰਨਾ ਬਿਲਕੁਲ ਸਹੀ ਨਹੀਂ ਹੈ ਤੇ ਜਦੋਂ ਮਾਹੌਲ ਥੋੜਾ ਗੜਬੜ ਵਾਲਾ ਹੋ ਰਿਹਾ ਸੀ ਤੇ ਆ ਕੇ ਰਾਕੇਸ਼ ਟਿਕੈਤ ਨੇ ਸਟੇਜ ਤੋਂ ਮਾਈਕ ਫੜਿਆ, ਰਾਜੇਵਾਲ ਦੇ ਨਾਲ ਖੜ ਕੇ ਉਹਨਾਂ ਨੇ ਆਪਣੇ ਲੋਕਾਂ ਨੂੰ ਝਾੜ ਪਾਈ ਕਿ ਯੂਪੀ ਦੇ ਵਿੱਚ ਇੰਨੀ ਦੂਰੋਂ ਕਿਸਾਨ ਲੀਡਰ ਜਿਹੜੇ ਆਏ ਨੇ, ਜਿਹੜੇ ਇਹ ਲੋਕ ਆਏ ਨੇ, ਉਹਨਾਂ ਨੂੰ ਤੁਸੀਂ ਸੁਣੋ, ਆਪਣਾ ਜਲੂਸ ਨਾ ਕੱਢੋ। ਤੇ ਇਹ जो कुछ टिकैत ने कहा उसका कुछ हिस्सा तुसी सुन सकते हो। अरे ये कौन है भाई, क्या बदतमीजी है ये? ए भाई, मतलब तुम ही लोग हो गए क्या जो यहाँ 15-20 लाख आदमी आ रहे हैं, तुम बदतमीजी करोगे? और नीचे बैठो नीचे। मतलब 20 लोग बदतमीजी कर रहे हैं तो ये मानना जाए कि किसी ने आपको यूनियन के झंडे लगा के किसी ने आपको भेजा गया है। ये कैमरे बंद करो हमसे पीछे। ਰੈਲੀ ਨਾਲ ਜੁੜੀਆਂ ਖਬਰਾਂ ਤੋਂ ਬਾਅਦ ਹੋਰ ਅਪਡੇਟਸ ਤੁਹਾਨੂੰ ਦੇ ਦਿੰਨੇ ਆ। ਪੰਜਾਬ ਦੇ ਵਿੱਚ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਕਰਮਚਾਰੀ ਸੋਮਵਾਰ ਤੋਂ ਪੱਕੀ ਹੜਤਾਲ ਤੇ ਚਲੇ ਜਾਣਗੇ। ਇਸ ਦੌਰਾਨ ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਜਾਮ ਹੋ ਜਾਣਗੇ। ਹਾਲਾਂਕਿ ਪੀਆਰਟੀਸੀ ਦੇ ਪੱਕੇ ਮੁਲਾਜ਼ਮਾਂ ਨੇ ਰੂਟੀਨ ਵਾਂਗੂ ਬੱਸਾਂ ਚਲਾਉਣ ਦਾ ਭਰੋਸਾ ਦਿੱਤਾ ਹੈ, ਪਰ ਕੱਚੇ ਕਰਮਚਾਰੀ ਨੇ ਜਿਹੜੇ ਉਹ ਆਪਣੀ ਡਿਊਟੀ ਤੇ ਨਹੀਂ ਜਾਣਗੇ। ਇਹ ਸਾਰੇ ਕਰਮਚਾਰੀ ਪੱਕੇ ਕਰਨ ਦੀ ਮੰਗ ਕਰ ਰਹੇ ਨੇ ਤੇ ਬੱਸਾਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਕਰ ਰਹੇ ਨੇ। ਪੰਜਾਬ ਦੀ ਸਿਆਸਤ ਨਾਲ ਜੁੜੀ ਖਬਰ ਦੱਸ ਦਈਏ ਤਾਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ? ਇਸ ਵਾਰ ਵੀ ਪਿਛਲੀ ਵਾਰ ਦੇ ਵਾਂਗੂ ਇਸ ਨੂੰ ਲੈ ਕੇ ਭੰਬਲ ਭੂਸਾ ਬਣਿਆ ਹੋਇਆ ਤੇ ਭਗਵੰਤ ਮਾਨ ਇਸ ਦਰਮਿਆਨ ਰੁੱਸੇ ਬੈਠੇ ਨੇ। ਆਖਿਰਕਾਰ ਸ਼ਨੀਵਾਰ ਨੂੰ ਭਗਵੰਤ ਮਾਨ ਨੇ ਆਪਣੀ ਭੜਾਸ ਕੱਢੀ। ਉਹਨਾਂ ਨੇ ਕਿਹਾ BM ਫॉर CM, ਯਾਨੀ ਕਿ CM ਚਿਹਰੇ ਦੇ ਲਈ ਭਗਵੰਤ ਮਾਨ। ਉਹਨਾਂ ਦੀ ਜਿਹੜੀ ਨਾਰਾਜ਼ਗੀ ਹੈ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਸਾਫ਼ ਝਲਕੀ। ਭਗਵੰਤ ਮਾਨ ਨੇ ਕਿਹਾ ਕਿ 2014 ਵਿੱਚ ਸਭ ਤੋਂ ਵੱਧ ਵੋਟਾਂ ਨਾਲ ਪੰਜਾਬ ਜਿੱਤਿਆ, ਪਰ ਧਰਮਵੀਰ ਗਾਂਧੀ ਨੂੰ ਲੋਕ ਸਭਾ ਦਾ ਲੀਡਰ ਬਣਾ ਦਿੱਤਾ ਗਿਆ। ਪੰਜਾਬ 'ਚ ਪਾਰਟੀ ਨੇ ਵੱਧ ਤੋਂ ਵੱਧ ਰੈਲੀਆਂ ਕਰਕੇ ਪਾਰਟੀ ਨੂੰ ਘਰ ਘਰ ਤੱਕ ਪਹੁੰਚਾਇਆ, ਪਰ ਪਾਰਟੀ ਨੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੂੰ ਬਣਾਇਆ। ਇੰਨਾ ਹੀ ਨਹੀਂ, 2 ਮਹੀਨੇ ਪਹਿਲਾਂ ਪਾਰਟੀ ਵਿੱਚ ਸ਼ਾਮਿਲ ਹੋਏ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਦੀ ਕਮਾਨ ਸੌਂਪ ਦਿੱਤੀ ਗਈ ਸੀ। 2017 ਵਿੱਚ ਸਭ ਤੋਂ ਮੁਸ਼ਕਿਲ ਸੀਟ ਜਲਾਲਾਬਾਦ ਤੋਂ ਚੋਣ ਲੜਦਿਆਂ 300 ਤੋਂ ਵੱਧ ਰੈਲੀਆਂ ਕੀਤੀਆਂ। ਪਾਰਟੀ ਦੇ ਹਰ ਹੁਕਮ ਨੂੰ ਬੜੇ ਧਿਆਨ ਦੇ ਨਾਲ ਮੰਨਿਆ। ਇਸ ਵਾਰੀ ਪਾਰਟੀ ਨੂੰ ਪੰਜਾਬ ਦੀ ਪੂਰੀ ਸਥਿਤੀ ਨੂੰ ਜਾਣਦੇ ਹੋਏ ਛੇਤੀ ਫੈਸਲਾ ਲੈਣਾ ਚਾਹੀਦਾ ਹੈ। ਮੈਂ ਹਮੇਸ਼ਾ ਪਾਰਟੀ ਪ੍ਰਤੀ ਵਫਾਦਾਰ ਰਿਹਾ ਹਾਂ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਉੱਤਰਾਖੰਡ ਦੇ ਵਿੱਚ ਤਾਂ ਐਲਾਨ ਦਿੱਤਾ ਗਿਆ, ਪਰ ਪੰਜਾਬ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ? ਮਾਨ ਨੇ ਕਿਹਾ ਕਿ ਜਦੋਂ ਲੋਕ ਮੈਨੂੰ ਮਿਲਣ ਆਉਂਦੇ ਨੇ ਇਹੀ ਸਵਾਲ ਕਰਦੇ ਨੇ ਕਿ ਬਰਾਤ ਤਾਂ ਤਿਆਰ ਹੈ ਪਰ ਲਾੜਾ ਕੌਣ ਹੈ, ਸਾਨੂੰ ਛੇਤੀ ਦੱਸੋ। 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਲੋਕਾਂ ਨੂੰ ਵੀ ਉਹਨਾਂ ਅਧਿਆਪਕਾਂ ਦਾ ਧੰਨਵਾਦ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਕਿਹਾ ਕਿ ਅੱਜ ਅਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹਾਂ ਤਾਂ ਸਿਰਫ ਅਧਿਆਪਕਾਂ ਦੇ ਸਦਕਾ। ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪਟਿਆਲਾ ਦੇ ਵਿੱਚ ਵਰਚੁਅਲ ਕਮ ਆਫਲਾਈਨ
ਆਨਲਾਈਨ ਸੂਬਾ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਦੇ ਵਿੱਚ ਤੇ ਇਸ ਮੌਕੇ ਸਕੂਲੀ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇਂਦਰ ਸਿੰਗਲਾ ਨੇ 80 ਅਧਿਆਪਕਾਂ ਨੂੰ ਸੂਬਾ ਪੱਧਰੀ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਅਧਿਆਪਕ ਦਿਹਾੜੇ ਮੌਕੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਹਰਿਆਣਾ, ਪੰਜਾਬ, ਜੰਮੂ ਕਸ਼ਮੀਰ ਤੇ ਲੱਦਾਖ ਸਮੇਤ ਦੇਸ਼ ਭਰ ਦੇ 44 ਅਧਿਆਪਕਾਂ ਨੂੰ ਵੱਕਾਰੀ ਕੌਮੀ ਅਧਿਆਪਕ ਪੁਰਸਕਾਰ ਭੇਂਟ ਕੀਤੇ ਅਤੇ ਪੰਜਾਬ ਸਣੇ 44 ਅਧਿਆਪਕਾਂ ਨੂੰ ਇਹ ਕੌਮੀ ਪੁਰਸਕਾਰ ਦਿੱਤੇ ਗਏ ਨੇ। ਪੰਜਾਬ ਦੇ ਅਧਿਆਪਕ ਜਗਤਾਰ ਸਿੰਘ ਜਿਹੜੇ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸੇਵਾ ਨਿਭਾ ਰਹੇ ਨੇ, ਉਹਨਾਂ ਨੂੰ ਕੌਮੀ ਪੁਰਸਕਾਰ ਦਿੱਤਾ ਗਿਆ। ਤੇ ਅਧਿਆਪਕ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਫੁਕਟੋ ਦੇ ਸੱਦੇ ਤੇ ਅਧਿਆਪਕਾਂ ਨੇ ਲੜੀਵਾਰ ਲਗਾਤਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅਧਿਆਪਕਾਂ ਨੇ 7ਵੇਂ ਤਨਖਾਹ ਸਕੇਲ ਦਾ ਤੁਰੰਤ ਭੁਗਤਾਨ ਕਰਵਾਉਣ ਤੇ ਨਵੇਂ ਅਧਿਆਪਕਾਂ ਦੀ ਭਰਤੀ ਲਈ ਜਿਹੜਾ ਹੈਗਾ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਸੰਗਰੂਰ ਦੇ ਵਿੱਚ ਬੇਰੁਜ਼ਗਾਰਾਂ ਨੇ ਸਰਕਾਰ ਨੂੰ ਖੂਨ ਦਾ ਪਿਆਲਾ ਭੇਂਟ ਕੀਤਾ। ਅਧਿਆਪਕ ਦਿਵਸ ਮੌਕੇ ਬੀਐਡ ਟੈਟ ਪਾਸ ਬੇਰੁਜ਼ਗਾਰ ਜਦੋਂ ਸਿਵਲ ਹਸਪਤਾਲ ਤੋਂ ਰੋਸ ਮਾਰਚ ਕੱਢਦੇ ਹੋਏ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਮੂਹਰੇ ਪਹੁੰਚੇ ਤਾਂ ਤਹਿਸੀਲਦਾਰ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਤੋਂ ਖੂਨ ਦਾ ਪਿਆਲਾ ਲਿਆ। ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੈਪਟਨ ਸਰਕਾਰ ਨੂੰ ਸਿਰੇ ਦੀ ਨਖਿੱਧ ਸਰਕਾਰ ਕਰਾਰ ਦਿੱਤਾ। ਸੋ ਐਤਵਾਰ ਨੂੰ ਅਧਿਆਪਕ ਦਿਹਾੜੇ ਮੌਕੇ ਜਿੱਥੇ ਵੱਖ-ਵੱਖ ਅਧਿਆਪਕ ਯੂਨੀਅਨਾਂ ਪ੍ਰਦਰਸ਼ਨ ਕਰਦੀਆਂ ਰਹੀਆਂ, ਉੱਥੇ ਆਨਲਾਈਨ ਪ੍ਰੋਗਰਾਮ ਰਾਹੀਂ ਪੰਜਾਬ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਦੀ ਰਹੀ। ਗੁਰਦਾਸਪੁਰ ਤੋਂ ਖਬਰ ਹੈ ਜਿੱਥੇ ਮਾਪਿਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਨਿੱਜੀ ਸਕੂਲ ਦੇ ਪ੍ਰਬੰਧਕਾਂ ਤੇ ਫੀਸ ਨਾ ਦੇਣ ਕਾਰਨ 10ਵੀਂ ਕਲਾਸ ਦੀ ਬੱਚੀ ਨੂੰ ਪੇਪਰ ਚੋਂ ਬਾਹਰ ਕੱਢਣ ਤੇ ਬੱਚੀ ਨੂੰ ਜ਼ਲੀਲ ਕਰਨ ਦੇ ਇਲਜ਼ਾਮ ਲਾਏ ਨੇ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ, ਸਿੱਖਿਆ ਸਕੱਤਰ ਪੰਜਾਬ ਸਮੇਤ ਜ਼ਿਲ੍ਹਾ ਸਿੱਖਿਆ ਅਫਸਰ ਤੇ ਡੀਸੀ ਗੁਰਦਾਸਪੁਰ ਨੂੰ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਦੇ ਰੋਸ ਵਿੱਚ ਜਮਾਤ ਦੇ ਦੂਸਰੇ ਬੱਚਿਆਂ ਨੇ ਵੀ ਆਉਣ ਵਾਲੇ ਹੋਰ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਹੈ। ਇਹ ਗੁਰਦਾਸਪੁਰ ਦੇ ਡੀਪੀਐਸ ਸਕੂਲ ਦਾ ਮਾਮਲਾ ਹੈ। ਅਗਲੀ ਖਬਰ ਵੀ ਸਿੱਖਿਆ ਦੇ ਨਾਲ ਹੀ ਜੁੜੀ ਹੋਈ ਹੈ। ਟਾਈਮਜ਼ ਵਰਲਡ ਯੂਨੀਵਰਸਿਟੀ ਰੈਂਕਿੰਗ 2022 ਜਾਰੀ ਕਰ ਦਿੱਤੀ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਟੌਪ 400 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦੀਆਂ ਸਿਰਫ 3 ਯੂਨੀਵਰਸਿਟੀਆਂ ਹੀ ਸ਼ਾਮਿਲ ਹੋ ਸਕੀਆਂ ਨੇ। ਭਾਰਤ ਦੀਆਂ 3 ਯੂਨੀਵਰਸਿਟੀਆਂ ਨੂੰ ਚੋਟੀ ਦੀਆਂ 400 ਯੂਨੀਵਰਸਿਟੀਆਂ ਦੇ ਵਿੱਚ ਥਾਂ ਹਾਸਲ ਹੋਇਆ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਦੂਸਰਾ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਨੂੰ ਮਿਲਿਆ ਹੈ। ਭਾਰਤ ਦੀਆਂ 71 ਯੂਨੀਵਰਸਿਟੀਆਂ ਵਿੱਚੋਂ ਕਿਸੇ ਨੇ ਵੀ ਸਿਖਰ 300 ਦੀ ਸੂਚੀ ਦੇ ਵਿੱਚ ਥਾਂ ਨਹੀਂ ਬਣਾਈ। ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ IISc ਨੇ ਇਸ ਸੂਚੀ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਤੇ ਲਗਾਤਾਰ ਤੀਸਰੇ ਸਾਲ 301 ਤੋਂ 350ਵੇਂ ਬੈਂਡ ਦੇ ਵਿੱਚ ਆਪਣੀ ਰੈਂਕਿੰਗ ਬਣਾ ਕੇ ਰੱਖੀ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਹੁਣ ਨਕੋਦਰ ਦੇ ਵਿੱਚ ਬਾਬਾ ਮੁਰਾਦ ਸ਼ਾਹ ਦੇ ਸਮਰਥਕ ਸੜਕਾਂ ਤੇ ਉਤਰ ਆਏ ਨੇ। ਪਹਿਲਾਂ ਸਿੱਖ ਜਥੇਬੰਦੀਆਂ ਸੜਕਾਂ ਤੇ ਬੈਠੀਆਂ ਰਹੀਆਂ ਸੀ, ਫਿਰ ਗੁਰਦਾਸ ਮਾਨ ਤੇ ਪਰਚਾ ਹੋਇਆ ਸੀ ਤੇ ਹੁਣ ਇਹ ਜਿਹੜੇ ਸਮਰਥਕ ਹੈਗੇ ਨੇ ਡੇਰੇ ਦੇ, ਉਹ ਸੜਕਾਂ ਤੇ ਉਤਰ ਆਏ ਨੇ। ਸੜਕ ਜਾਮ ਕਰਦੇ ਹੋਏ ਇਹਨਾਂ ਸਮਰਥਕਾਂ ਨੇ ਡੇਰੇ ਦੇ ਗੱਦੀ ਨਸ਼ੀਨ ਲਾਡੀ ਸ਼ਾਹ ਨੂੰ ਅਪਸ਼ਬਦ ਕਹਿਣ ਵਾਲੇ ਸਿੱਖ ਲੀਡਰ ਪਰਮਜੀਤ ਸਿੰਘ ਅਕਾਲੀ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਪਹਿਲਾਂ ਨਕੋਦਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤੇ ਹੁਣ ਇਹ ਸੜਕਾਂ ਦੇ ਉੱਤੇ ਉਤਰ ਆਏ ਨੇ। ਹਰਿਆਣਾ ਦੇ ਵਿੱਚ 12 ਸਤੰਬਰ ਨੂੰ ਹੋਣ ਵਾਲੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ HPSC ਦੀ ਪ੍ਰੀਖਿਆ ਦੇ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਮੁਸੀਬਤ ਮੁੜ ਸਾਹਮਣੇ ਆ ਗਈ ਹੈ, ਜਾਂ ਕਹਿ ਲਈਏ ਕਿ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਕਿਉਂਕਿ HPSC ਦੀ ਪ੍ਰੀਖਿਆ ਦੇ ਵਿੱਚ ਬਾਕੀ ਜਿਊਲਰੀ ਦੇ ਨਾਲ-ਨਾਲ ਸਿੱਖ ਕੌਮ ਦੇ ਚਿੰਨ੍ਹਾਂ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਕਕਾਰ ਪ੍ਰੀਖਿਆ ਕੇਂਦਰ ਦੇ ਅੰਦਰ ਲੈ ਕੇ ਜਾਣ ਤੋਂ ਮਨਾ ਕੀਤਾ ਗਿਆ। ਉਮੀਦਵਾਰਾਂ ਨੂੰ ਦਿੱਤੇ ਗਏ ਐਡਮਿਟ ਕਾਰਡ ਦੇ ਵਿੱਚ ਲਿਖਿਆ ਗਿਆ ਕਿ ਧਾਰਮਿਕ ਚਿੰਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਧਾਰਮਿਕ ਕਕਾਰਾਂ ਨੂੰ ਅੰਦਰ ਲੈ ਕੇ ਜਾਣ ਤੇ ਲਾਈ ਪਾਬੰਦੀ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ। ਸਿਰਸਾ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਗੈਰ ਸੰਵਿਧਾਨਕ ਫੈਸਲਾ ਹੈ ਜੋ ਸਿੱਖਾਂ ਦੇ ਧਾਰਮਿਕ ਕਕਾਰਾਂ, ਕੜੇ ਅਤੇ ਸ੍ਰੀ ਸਾਹਿਬ ਵਰਗੇ ਧਾਰਮਿਕ ਕਕਾਰਾਂ ਦੇ ਖਿਲਾਫ ਹੈ, ਕਿਉਂਕਿ ਅੰਮ੍ਰਿਤਧਾਰੀ ਸਿੰਘ ਪੰਜ ਕਕਾਰਾਂ ਨੂੰ ਆਪਣੇ ਤੋਂ ਕਦੇ ਵੀ ਵੱਖ ਨਹੀਂ ਕਰ ਸਕਦੇ ਤੇ ਨਾ ਹੀ ਇਸ ਨੂੰ ਜਿਊਲਰੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ, ਇਹ ਕਿਸੇ ਵੀ ਤਰੀਕੇ ਦੇ ਨਾਲ ਗਹਿਣਾ ਨਹੀਂ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਖਬਰ ਹੈ ਜਿੱਥੇ ਪਿੰਡ ਹਰੀਕੇ ਕਲਾਂ ਦੇ ਵਿੱਚ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੁਲਿਸ ਪ੍ਰਸ਼ਾਸਨ ਨੇ ਇਸ ਦੌਰਾਨ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ ਇੱਕ ਪਾਸੇ ਰੋਕੀ ਰੱਖਿਆ ਤੇ ਵਿਧਾਇਕ ਰਾਜਾ ਵੜਿੰਗ ਦੀ ਕਾਰ ਨੂੰ ਲੰਘਾਇਆ ਗਿਆ। ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅਸੀਂ ਕਿਸੇ ਵੀ ਪਾਰਟੀ ਦੇ ਲੀਡਰ ਤੋਂ ਸਵਾਲ ਜਵਾਬ ਕਰਨ ਦੇ ਲਈ ਇਸੇ ਤਰ੍ਹਾਂ ਇਕੱਠੇ ਹੁੰਦੇ ਰਹਾਂਗੇ। ਇਸੇ ਤਰ੍ਹਾਂ ਸਮਰਾਲਾ ਤੋਂ ਖਬਰ ਹੈ ਜਿੱਥੇ ਪਿੰਡ ਓਟਾਲਾ ਦੇ ਵਿੱਚ ਲੋਕਾਂ ਨੇ ਬੋਰਡ ਲਾ ਦਿੱਤਾ ਜਿਸ ਦੇ ਵਿੱਚ ਸੁਨੇਹਾ ਲਿਖਿਆ ਹੋਇਆ ਕਿ ਪਿੰਡ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਦੇ ਨੇ। ਹੁਣ ਤੱਕ ਆਪਾਂ ਸੁਣਿਆ ਸੀ ਕਿ ਸਿਆਸੀ ਲੀਡਰਾਂ ਦਾ ਬਾਈਕਾਟ ਹੈ ਜਿਹੜਾ ਉਹ ਪਿੰਡਾਂ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਸ ਪਿੰਡ ਨੇ ਤਾਂ ਚੋਣਾਂ ਦਾ ਹੀ ਬਾਈਕਾਟ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸਿਆਸੀ ਪਾਰਟੀ ਚੋਣ ਪ੍ਰਚਾਰ ਲਈ ਸਾਡੇ ਪਿੰਡ ਆਉਣਾ ਚਾਹੁੰਦੀ ਹੈ ਤਾਂ ਪਹਿਲਾਂ ਬੋਰਡ ਤੇ ਲਿਖੇ 11 ਸਵਾਲਾਂ ਦੇ ਜਵਾਬ ਦੇ ਦੇਵੇ
ਤਾਂ ਹੀ ਉਹਨੂੰ ਪਿੰਡ 'ਚ ਦਾਖਲ ਹੋਣ ਦਿਆਂਗੇ। ਸਭ ਤੋਂ ਪਹਿਲਾ ਸਵਾਲ ਬੇਅਦਬੀ ਕਾਂਡ ਦੇ ਬਾਰੇ ਪੁੱਛਿਆ ਗਿਆ ਹੈ। ਦੂਸਰਾ ਪ੍ਰਸ਼ਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀਬਾੜੀ ਕਾਨੂੰਨਾਂ ਤੇ ਹੈ ਤੇ ਨਸ਼ਿਆਂ ਬਾਰੇ 20 ਸਵਾਲ ਪੁੱਛੇ ਗਏ ਨੇ। ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਵਾਲ ਹੈ। ਸੋ ਪਿੰਡ ਵਾਸੀਆਂ ਨੇ ਐਲਾਨ ਕਰ ਦਿੱਤਾ ਹੈ, ਸਵਾਲਾਂ ਦੇ ਜਵਾਬ ਦਿਓਗੇ ਤਾਂ ਹੀ ਪਿੰਡ 'ਚ ਵੜ ਸਕੋਗੇ। ਇੱਕ ਖਬਰ ਕੇਰਲਾ ਤੋਂ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਨਿਪਾਹ ਵਾਇਰਸ ਦੇ ਕਾਰਨ 12 ਸਾਲ ਦੇ ਬੱਚੇ ਦੀ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਪੀੜਤ ਦੇ ਸਰੀਰ ਤੋਂ ਨਮੂਨੇ ਲਏ ਗਏ, ਜਿਨ੍ਹਾਂ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਵਿੱਚ ਭੇਜਿਆ ਗਿਆ ਸੀ। ਉੱਥੇ ਉਸ ਵਿੱਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ। ਇਸ ਦੌਰਾਨ ਨਿਪਾਹ ਦੇ 2 ਹੋਰ ਮਰੀਜ਼ ਮਿਲੇ ਨੇ। ਕੇਂਦਰ ਸਰਕਾਰ ਨੇ ਕੌਮੀ ਰੋਗ ਨਿਯੰਤਰਣ ਕੇਂਦਰ ਦੀ ਟੀਮ ਕੇਰਲਾ ਭੇਜ ਦਿੱਤੀ ਹੈ, ਜੋ ਸੂਬੇ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। ਤੇ ਇਹ ਜਿਹੜਾ ਵਾਇਰਸ ਹੈ ਉਹ ਚਮਗਿੱਦੜ ਤੋਂ ਫੈਲਦਾ। ਜਦੋਂ ਚਮਗਿੱਦੜ ਫਲ ਖਾਂਦਾ ਹੈ, ਉਸ ਦੀ ਲਾਰ ਫਲਾਂ ਤੇ ਲੱਗਦੀ ਹੈ ਤੇ ਇਸ ਤਰ੍ਹਾਂ ਨਿਪਾਹ ਵਾਇਰਸ ਫੈਲ ਜਾਂਦਾ ਹੈ। ਇਹ ਡਾਕਟਰਾਂ ਦੇ ਦੱਸਣ ਦੇ ਮੁਤਾਬਿਕ ਹੈ। ਟੋਕੀਓ ਪੈਰਾਲੰਪਿਕਸ ਦੀ ਗੱਲ ਕਰ ਲਈਏ ਤਾਂ ਭਾਰਤ ਨੇ ਇੱਕ ਹੋਰ ਚਾਂਦੀ ਤੇ ਸੋਨੇ ਦਾ ਮੈਡਲ ਆਪਣੇ ਨਾਮ ਕੀਤਾ ਹੈ। ਕ੍ਰਿਸ਼ਨਾ ਨਾਗਰ ਨੇ ਪੈਰਾਲੰਪਿਕਸ ਬੈਡਮਿੰਟਨ ਦੇ ਵਿੱਚ 골ਡ ਮੈਡਲ ਜਿੱਤਿਆ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਤੇ ਪੈਰਾਲੰਪਿਕ ਬੈਡਮਿੰਟਨ ਪਲੇਅਰ ਸੁਹਾਸ ਐਲ ਯਥਿਰਾਜ ਨੇ ਵੀ ਚਾਂਦੀ ਦਾ ਮੈਡਲ ਆਪਣੇ ਨਾਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵੇਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਹੈ। ਹੁਣ ਕੁਝ ਅਹਿਮ ਅਪਡੇਟਸ ਅਫਗਾਨਿਸਤਾਨ ਸਮੇਤ ਪੂਰੀ ਦੁਨੀਆ ਤੋਂ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਸਰਕਾਰ ਬਣਾਉਣ ਦਾ ਕੰਮ ਥੋੜਾ ਹੋਰ ਅੱਗੇ ਪਾ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਸਵੀਕਾਰ ਹੋਣ ਵਾਲੀ ਸਰਕਾਰ ਬਣਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਨਵੀਂ ਸਰਕਾਰ ਤੇ ਕੈਬਨਿਟ ਦੇ ਮੈਂਬਰਾਂ ਦੇ ਬਾਰੇ ਐਲਾਨ ਹੁਣ ਅਗਲੇ ਹਫ਼ਤੇ ਕਰਾਂਗੇ। ਇਸ ਦਰਮਿਆਨ ਅਫਗਾਨਿਸਤਾਨ ਦੇ ਪੰਜਸ਼ੀਰ ਸੂਬੇ ਦੇ ਵਿੱਚ ਤਾਲਿਬਾਨ ਵਿਰੋਧੀ ਧਿਰਾਂ ਐਂਟੀ ਤਾਲਿਬਾਨ ਰੈਜ਼ਿਸਟੈਂਸ ਫੋਰਸਿਸ ਦੇ ਲੀਡਰ ਅਹਿਮਦ ਮਸੂਦ ਨੇ ਕਿਹਾ ਹੈ ਕਿ ਉਹ ਰੱਬ, ਨਿਆਂ ਤੇ ਆਜ਼ਾਦੀ ਖਾਤਰ ਕਦੇ ਵੀ ਤਾਲਿਬਾਨ ਵਿਰੋਧੀ ਰਵੱਈਆ ਨਹੀਂ ਛੱਡੇਗਾ, ਯਾਨੀ ਕਿ ਅਸੀਂ ਤਾਲਿਬਾਨ ਦਾ ਵਿਰੋਧ ਕਰਦੇ ਰਹਾਂਗੇ। ਤੇ ਕਾਬੁਲ ਦੇ ਉੱਤਰ ਵਿੱਚ ਸਥਿਤ ਪੰਜਸ਼ੀਰ ਘਾਟੀ ਵਿੱਚ ਹਾਲੇ ਵੀ ਤਾਲਿਬਾਨ ਅਤੇ ਸਥਾਨਕ ਲੜਾਕਿਆਂ ਦੇ ਵਿਚਾਲੇ ਯੁੱਧ ਜਾਰੀ ਹੈ। ਹਾਲਾਂਕਿ ਪੰਜਸ਼ੀਰ ਦੇ ਵਿੱਚ ਸਥਿਤੀ ਕਿਹੋ ਜਿਹੀ ਹੈ ਨਿਸ਼ਚਿਤ ਤੌਰ ਤੇ ਹਾਲੇ ਸਪਸ਼ਟ ਨਹੀਂ ਹੈ, ਕਿਉਂਕਿ ਦੋਵੇਂ ਹੀ ਪੱਖ ਆਪਣੀ ਆਪਣੀ ਤਰ੍ਹਾਂ ਦੇ ਦਾਅਵੇ ਕਰ ਰਹੇ ਨੇ। ਤਾਲਿਬਾਨ ਦਾ ਦਾਅਵਾ ਹੈ ਕਿ ਉਹਨਾਂ ਨੇ ਪੰਜਸ਼ੀਰ ਸੂਬੇ ਦੇ 7 ਵਿੱਚੋਂ 4 ਜ਼ਿਲ੍ਹਿਆਂ ਤੇ ਕਬਜ਼ਾ ਕਰ ਲਿਆ ਹੈ ਅਤੇ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੇ ਨੇ। ਉੱਥੇ ਹੀ ਕੌਮੀ ਜਿਹੜੇ ਤਾਲਿਬਾਨ ਵਿਰੋਧੀ ਮੋਰਚੇ ਦੇ ਲੀਡਰ ਹੈਗੇ ਨੇ ਅਹਿਮਦ ਮਸੂਦ, ਉਹਨਾਂ ਦੇ ਨਾਲ ਜਿਹੜੇ ਲੜ ਰਹੇ ਲੜਾਕੇ ਨੇ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਖਵਾਕ ਦर्रे ਦੇ ਵਿੱਚ ਹਜ਼ਾਰਾਂ ਤਾਲਿਬਾਨੀਆਂ ਨੂੰ ਘੇਰ ਲਿਆ ਹੈ ਤੇ ਸੈਂਕੜਿਆਂ ਦੀ ਮੌਤ ਹੋ ਚੁੱਕੀ ਹੈ। ਟੋਲੋ ਨਿਊਜ਼ ਨੇ ਤਾਲਿਬਾਨ ਦੇ ਸਾਂਸਕ੍ਰਿਤਿਕ ਕਮਿਸ਼ਨ ਦੇ ਇੱਕ ਮੈਂਬਰ ਅਨਾਮੁੱਲਾ ਸਮਾਂਗਾਨੀ ਦੇ ਹਵਾਲੇ ਦੇ ਨਾਲ ਦੱਸਿਆ ਕਿ ਸ਼ਨੀਵਾਰ ਨੂੰ ਤਾਲਿਬਾਨੀ ਬਲਾਂ ਨੇ ਪੰਜਸ਼ੀਰ ਦੇ ਸ਼ੋਤੁਲ, ਪਰਿਆਨ, ਖੇਂਜ ਅਤੇ ਅਬਸ਼ਰ ਜ਼ਿਲ੍ਹਿਆਂ ਤੇ ਕਬਜ਼ਾ ਕੀਤਾ ਹੈ, ਜਦਕਿ ਵਿਰੋਧੀ ਧਿਰ ਜਿਹੜੀ ਉਹ ਅਜਿਹਾ ਹੋਣ ਤੋਂ ਇਨਕਾਰ ਕਰ ਰਹੀ ਹੈ। ਅਮਰੀਕੀ ਜਰਨੈਲ ਮਾਰਕ ਮਿਲੀ ਨੇ ਅਫਗਾਨਿਸਤਾਨ ਦੇ ਵਿੱਚ ਗ੍ਰਹਿ ਯੁੱਧ ਦਾ ਖਦਸ਼ਾ ਜਤਾਇਆ। ਸ਼ਨੀਵਾਰ ਨੂੰ ਜਰਮਨੀ ਦੇ ਰੈਮਸਟੇਨ ਦੇ ਵਿੱਚ ਫੌਕਸ ਨਿਊਜ਼ ਦੀ ਜੈਨੀਫਰ ਗ੍ਰਿਫਨ ਦੇ ਨਾਲ ਇੱਕ ਖਾਸ ਟੀਵੀ ਚਰਚਾ ਦੌਰਾਨ ਜਨਰਲ ਮਾਰਕ ਮਿਲੀ ਨੇ ਅਫਗਾਨਿਸਤਾਨ ਦੇ ਵਿੱਚ ਮੌਜੂਦਾ ਪ੍ਰਸਥਿਤੀਆਂ ਨੂੰ ਲੈ ਕੇ ਅਤੇ ਅਮਰੀਕਾ ਦੀ ਨਵੀਂ ਨੀਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਗੱਲ ਇੱਥੇ ਵਾਪਰ ਰਹੀ ਹੈ ਜਿਸ ਦਾ ਕਦੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਤਾਲਿਬਾਨ ਦੇ ਵਿੱਚ ਹੁਣ ਬੀਬੀਆਂ ਵੀ ਰੋਸ ਮੁਜ਼ਾਹਰੇ ਕਰ ਰਹੀਆਂ ਨੇ। ਹਾਲਾਂਕਿ ਤਾਲਿਬਾਨ ਕਈ ਵਾਰੀ ਕਹਿ ਚੁੱਕਿਆ ਹੈ ਕਬਜ਼ੇ ਤੋਂ ਬਾਅਦ ਕਿ ਔਰਤਾਂ ਦਾ ਮੌਜੂਦਾ ਰਾਜ ਉਹਨਾਂ ਦੇ ਪੁਰਾਣੇ ਰਾਜ ਤੋਂ ਬਿਲਕੁਲ ਵੱਖਰਾ ਹੋਵੇਗਾ, ਪਰ ਹਾਲੀਆ ਘਟਨਾਕ੍ਰਮ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਰਹੇ ਨੇ। ਕਾਬੁਲ ਦੇ ਵਿੱਚ ਔਰਤਾਂ ਦੇ ਇੱਕ ਪ੍ਰਦਰਸ਼ਨ ਤੇ ਤਾਲਿਬਾਨ ਨੇ ਹਮਲਾ ਕਰਕੇ ਉਸ ਪ੍ਰਦਰਸ਼ਨ ਨੂੰ ਖਤਮ ਕਰਵਾ ਦਿੱਤਾ। ਬੀਬੀਆਂ ਦਾ ਇਹ ਗਰੁੱਪ ਅਫਗਾਨਿਸਤਾਨ ਦੇ ਵਿੱਚ ਔਰਤਾਂ ਦੀ ਸਿੱਖਿਆ ਅਤੇ ਰੁਜ਼ਗਾਰ ਦੇ ਅਧਿਕਾਰਾਂ ਦੇ ਲਈ ਪ੍ਰਦਰਸ਼ਨ ਕਰ ਰਿਹਾ ਸੀ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੇ ਇਸ ਗਰੁੱਪ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ, ਕਾਲੀ ਮਿਰਚ ਦੇ ਸਪਰੇਅ ਨਾਲ ਹਮਲਾ ਕੀਤਾ। ਤਾਲਿਬਾਨ ਦਾ ਇਹ ਹਮਲਾ ਉਦੋਂ ਹੋਇਆ ਜਦੋਂ ਇਹ ਗਰੁੱਪ ਰਾਸ਼ਟਰਪਤੀ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਤਾਲਿਬਾਨ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਬੇਕਾਬੂ ਹੋ ਗਿਆ ਸੀ, ਇਸ ਕਰਕੇ ਸਾਨੂੰ ਕਾਰਵਾਈ ਕਰਨੀ ਪਈ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਔਰਤਾਂ ਦਾ ਇਸ ਤਰ੍ਹਾਂ ਖੁੱਲ੍ਹ ਕੇ ਵਿਰੋਧ ਕਰਨਾ ਬੇਹੱਦ ਨਵਾਂ ਕਿਹਾ ਜਾ ਸਕਦਾ ਹੈ। ਇਹ ਔਰਤਾਂ ਕੰਮ ਦੇ ਅਧਿਕਾਰ ਅਤੇ ਸਰਕਾਰ ਵਿੱਚ ਸ਼ਾਮਲ ਹੋਣ ਦੀ ਮੰਗ ਕਰ ਰਹੀਆਂ ਨੇ। ਹਾਲਾਂਕਿ ਤਾਲਿਬਾਨ ਪਹਿਲਾਂ ਹੀ ਐਲਾਨ ਕਰ ਚੁੱਕਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਸਰਕਾਰ ਦਾ ਜਦੋਂ ਐਲਾਨ ਹੋਏਗਾ ਤਾਂ ਅਸੀਂ ਔਰਤਾਂ ਦੀ ਸ਼ਮੂਲੀਅਤ ਦਾ ਵੀ ਐਲਾਨ ਕਰਾਂਗੇ, ਪਰ ਇਹ ਸਾਫ਼ ਕਹਿ ਦਿੱਤਾ ਹੈ ਕਿ ਔਰਤਾਂ ਜਿਨ੍ਹਾਂ ਨੇ ਹਿਜਾਬ ਪਾਇਆ ਹੋਏਗਾ, ਬੁਰਕਾ ਪਾਇਆ ਹੋਏਗਾ, ਉਹ ਪੜ੍ਹਾਈ ਵੀ ਕਰ ਸਕਦੀਆਂ ਨੇ, ਉਹ ਨੌਕਰੀਆਂ ਵੀ ਕਰ ਸਕਦੀਆਂ ਨੇ, ਪਰ ਸਰਕਾਰ ਦੇ ਵਿੱਚ ਮੰਤਰੀ ਉਹਨਾਂ ਨੂੰ ਨਹੀਂ ਬਣਾਇਆ ਜਾਵੇਗਾ। ਤੇ ਇੱਕ ਵੱਡੀ ਖਬਰ ਇਹ ਵੀ ਮਿਲ ਰਹੀ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਮੁਖੀ ਕਾਬੁਲ ਪਹੁੰਚੇ ਨੇ ਤੇ ਉਹਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇੰਟਰ ਸਰਵਿਸਿਜ਼ ਇੰਟੈਲੀਜੈਂਸ ਯਾਨੀ ਕਿ ISI ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਸ਼ਨੀਵਾਰ ਨੂੰ ਤਾਲਿਬਾਨੀ ਲੀਡਰਾਂ ਨੂੰ ਮਿਲਣ ਦੇ ਲਈ ਕਾਬੁਲ ਪਹੁੰਚੇ। ਕਿਹਾ ਜਾ ਰਿਹਾ ਹੈ ਕਿ ISI
ਵਾਲੇ ਮੁਖੀ ਦੀ ਯਾਤਰਾ ਜਿਸ ਨੂੰ ਗੁਪਤ ਰੱਖਿਆ ਜਾਣਾ ਸੀ ਇੱਕ ਤਸਵੀਰ ਕਾਰਨ ਜਨਤਕ ਹੋ ਗਈ। ਗਰੁੱਪ 7 ਦੇਸ਼ਾਂ ਦੇ ਵਿਦੇਸ਼ ਮੰਤਰੀ ਅਗਲੇ ਹਫ਼ਤੇ ਅਫਗਾਨਿਸਤਾਨ ਦੇ ਹਾਲਾਤਾਂ ਤੇ ਚਰਚਾ ਕਰਨਗੇ। ਇਹ ਬੈਠਕ 8 ਸਤੰਬਰ ਨੂੰ ਹੋ ਸਕਦੀ ਹੈ। ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੇਗੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਰੂਸ, ਚੀਨ ਅਤੇ ਹੋਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਣਗੇ। ਅਮਰੀਕਾ ਤੋਂ ਇੱਕ ਖਬਰ ਹੈ ਜਿੱਥੇ ਸਭ ਤੋਂ ਵੱਧ ਏਸ਼ੀਆਈ ਲੋਕ ਨਸਲੀ ਹਮਲਿਆਂ ਦੀ ਮਾਰ ਹੇਠ ਆ ਰਹੇ ਨੇ। ਹਾਲ ਹੀ ਵਿੱਚ FBI ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਅਮਰੀਕਾ ਦੇ ਵਿੱਚ ਨਸਲੀ ਨਫ਼ਰਤੀ ਅਪਰਾਧਾਂ ਨੇ ਲੰਘੇ 12 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਹੈਰਾਨੀ ਹੈ ਕਿ ਇਹਨਾਂ ਅਪਰਾਧਾਂ ਦੀ ਮਾਰ ਵਿੱਚ ਸਭ ਤੋਂ ਵੱਧ ਕਾਲੇ ਤੇ ਏਸ਼ੀਆਈ ਅਮਰੀਕੀ ਆਏ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ 2020 ਦੇ ਵਿੱਚ 7,759 ਨਸਲੀ ਨਫ਼ਰਤ ਦੇ ਅਪਰਾਧਾਂ ਦੀ ਪਛਾਣ ਕੀਤੀ ਗਈ, ਜੋ 2011 ਵਿੱਚ ਹੋਏ ਅਪਰਾਧਾਂ ਤੋਂ 6% ਵੱਧ ਨੇ ਤੇ 2008 ਤੋਂ ਬਾਅਦ ਤਾਂ ਇਹ ਸਭ ਤੋਂ ਵੱਧ ਨੇ। FBI ਨੇ 15,000 ਤੋਂ ਵੱਧ ਅਜਿਹੇ ਅਪਰਾਧਾਂ ਦੀ ਸੂਚੀ ਤਿਆਰ ਕੀਤੀ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2020 ਦੇ ਵਿੱਚ ਕਾਲਿਆਂ ਵਿਰੁੱਧ ਹਮਲਿਆਂ ਦੀ ਗਿਣਤੀ 1930 ਤੋਂ ਵੱਧ ਕੇ 2,755 ਹੋ ਗਈ, ਜੋ 2019 ਤੋਂ 40% ਹੈ, ਜਦੋਂ ਕਿ ਏਸ਼ੀਆਈ ਵਿਰੋਧੀ ਹਮਲੇ 158 ਤੋਂ ਵੱਧ ਕੇ 274 ਹੋ ਗਏ ਨੇ ਤੇ 70% ਵਧੇ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।